ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਗੁਰੂ ਮਹਾਰਾਜ ਨੇ ਜੋ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ, ਗੁਰੂ ਘਰ ਦੀ ਮਰਿਆਦਾ ਅਨੁਸਾਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਅੰਸ਼ ਬੰਸ਼ 12ਵੀਂ ਪੀੜ੍ਹੀ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਨੇਣ ਪ੍ਰੇਮ ਸਿੰਘ ਜੀ, ਉਹਨਾਂ ਦੁਆਰਾ ਰਚਿਤ ਸੰਖੇਪ ਇਤਿਹਾਸ ਦਸਾਂ ਪਾਤਸ਼ਾਹੀਆਂ ਦਾ ਜੀਵਨ ਪ੍ਰਸੰਗ ਲੜੀਵਾਰ ਕਥਾ ਚੱਲ ਰਹੀ ਹੈ। ਪਹਿਲੇ ਮਹੱਲੇ ਭਾਵ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਪ੍ਰਸੰਗ ਆਪਾਂ 41ਵੇਂ ਘਰ ਤੱਕ ਕੱਲ ਸਰਵਣ ਕੀਤੇ ਹੈ। ਲੜੀ ਤਹਿਤ ਕੱਲ ਆਪਾਂ ਇਤਿਹਾਸ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਦੇ ਸਮੇਤ ਸਿੱਧ ਮੰਡਲੀ ਨੂੰ ਸਮੇਰ ਪਰਬਤ ਪਰ ਉਪਦੇਸ਼ ਦੇ ਕੇ ਫਿਰ ਮਹਾਰਾਜ ਅੱਗੇ ਚੱਲੇ ਨੇ ਕਾਕ ਪਸੁੰਡ ਦੀ ਪੁਰੀ। ਉੱਥੇ ਮਹਾਰਾਜ ਨੇ ਦਰਸ਼ਨ ਦਿੱਤੇ। ਫੇਰ ਗਰੀਬ ਨਵਾਜ ਪਾਤਸ਼ਾਹ ਜੀ ਦੱਤਾ ਰਿਖੀ ਦੱਤ ਉਸ ਦੇ ਪੁਰੀ ਵਿੱਚ ਜਾ ਕੇ ਮਹਾਰਾਜ ਨੇ ਦਰਸ਼ਨ ਦਿੱਤੇ। ਪ੍ਰਹਿਲਾਦ ਭਗਤ ਦੀ ਪੁਰੀ ਵਿੱਚ ਮਹਾਰਾਜ ਨੇ ਜਾ ਕਰ ਦਰਸ਼ਨ ਦਿੱਤੇ ਹੈ। ਇਹ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ ਹੈ। ਇਸ ਤੋਂ ਅੱਗੇ ਫਿਰ ਮਹਾਰਾਜ ਧਰੂਮ ਮੰਡਲ ਦੀ ਪੁਰੀ ਵਿੱਚ ਜਾਂਦੇ ਆ। ਫਿਰ ਅੱਗੇ ਸੱਚਖੰਡ ਮਹਾਰਾਜ ਨਿਰਾਕਾਰ ਦੇ ਆਪਣੇ ਸਵੈ ਸਰੂਪ ਦੇ ਦਰਸ਼ਨ ਕਰਦੇ ਨੇ। ਆਓ ਅੱਗੇ ਜਿਵੇਂ ਪ੍ਰਸੰਗ ਆ ਰਿਹਾ ਪ੍ਰੇਮ ਭਾਵਨਾ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਲਖ ਅਭੇਵ ਅਨੰਤ ਪ੍ਰਭ ਜਿਹ ਗਤ ਲਖੀ ਨਾ ਜਾਏ। ਅਲਖ ਨਾ ਜਾਣਿਆ ਜਾਣ ਵਾਲਾ, ਅਭੇਵ ਜਿਹਦਾ ਕੋਈ ਭੇਦ ਨਹੀਂ ਪਾਇਆ ਜਾ ਸਕਦਾ, ਅਨੰਤ
ਜਿਹਦਾ ਕੋਈ ਅੰਤ ਨਹੀਂ ਹੈ, ਐਸਾ ਜੋ ਪਰਮੇਸ਼ਰ ਜਿਹੇ ਗਤ ਲਖੀ ਨਾ ਜਾਏ, ਜਿਹਦੀ ਗਤ ਮਹਿਮਾ ਮਰਜ਼ਾਦਾ ਨੂੰ ਪੂਰਨ ਤੌਰ ਤੇ ਜਾਣਿਆ ਨਹੀਂ ਜਾ ਸਕਦਾ। ਬੰਦਨ ਪਦ ਅਰਬਿੰਦ ਤੇਹ ਜੋ ਮਮ ਕਰੇ ਸਹਾਈ। ਐਸੇ ਭਾਈ ਪਰਮੇਸ਼ਰ ਦੇ ਚਰਨਾਂ ਤੇ ਚਰਨ ਕਮਲਾਂ ਪਰ ਕਵੀ ਸੰਤ ਨੇਣ ਪ੍ਰੇਮ ਸਿੰਘ ਜੀ ਕਹਿ ਰਹੇ ਹਨ ਕਿ ਮੇਰੀ ਵੰਦਨਾ ਹੈ, ਨਮਸਕਾਰ ਹੈ, ਜੋ ਅਕਾਲ ਪੁਰਖੀ ਮੇਰੀ ਸਹਾਇਤਾ ਕਰ ਰਹੇ ਹਨ। ਚੌਪਈ ਸੁਨ ਹਰ ਪ੍ਰੇਮ ਗੁਰੂ ਇਤਿਹਾਸੂ। ਹੁਣ ਅੱਗੇ ਕਹਿੰਦੇ ਨੇ ਵੀ ਹੇ ਬਾਬਾ ਪ੍ਰੇਮ ਸਿੰਘ ਬੇਦੀ, ਤੁਸੀਂ ਗੁਰੂ ਕਾ ਇਤਿਹਾਸ ਸਰਵਣ ਕਰੋ। ਅਗਰਜ ਗਮਨੇ ਪੁਨ ਸੁਖ ਰਾਸੂ। ਪ੍ਰਹਿਲਾਦ ਦੀ ਪੁਰੀ ਤੋਂ ਮਹਾਰਾਜ ਅੱਗੇ ਸੁੱਖਾਂ ਦੀ ਰਾਸ ਚੱਲੇ ਹਨ। ਤਾਰੇ ਤਰੇ ਛੋਰ ਕਰ ਸਭ ਹੀ। ਹੁਣ ਤਾਰਾ ਮੰਡਲ ਤੋਂ ਵੀ ਅੱਗੇ ਤਾਰੇ ਵੀ ਹੇਠਾਂ ਰਹਿ ਗਏ, ਸਾਰਿਆਂ ਨੂੰ ਛੱਡ ਕੇ ਊਰਦ ਪਹੁੰਚੇ ਸ੍ਰੀ ਗੁਰ ਜਬ ਹੀ। ਜਦੋਂ ਮਹਾਰਾਜ ਹੋਰ ਉੱਪਰ ਪਹੁੰਚੇ ਹਨ, ਮਰਦਾਨੇ ਤਬ ਭੂਜਨ ਕੀਨੇ। ਭਾਈ ਮਰਦਾਨੇ ਨੇ ਫਿਰ ਪੁੱਛਣਾ ਕੀਤਾ, ਮੁਝ ਹੈ ਬਤਾਵੋ ਪ੍ਰਭੂ ਪ੍ਰਬੀਨੇ, ਕਿ ਹੇ ਪਰਮੇਸ਼ਰ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ। ਪ੍ਰਬੀਨ ਦਾ ਭਾਵ ਹੁੰਦਾ ਹੈ, ਮੁੱਖ ਅਰਥ ਨੇ ਪ੍ਰਬੀਨ ਦੇ ਚਤੁਰ, ਭਾਵ ਸਾਰੇ ਪੱਖ ਤੋਂ ਜੋ ਸਿਆਣਪ ਨਾਲ ਭਰਿਆ ਹੋਵੇ। ਇਹ ਗੁਣ ਹੈ ਗੁਰੂ ਪਰਮੇਸ਼ਰ ਦਾ। ਮੈਨੂੰ ਕਿਰਪਾ ਕਰਕੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਦੱਸੋ ਜੀ, ਉਗਨ ਇਹਾਂ ਨਾ ਦੀਸਤ ਕੋ। ਉਗਨ ਵੀ ਹੈ, ਉਡਗਨ ਵੀ ਜਿਹੜਾ ਹੈ ਗ੍ਰੰਥਾਂ ਵਿੱਚ ਲਿਖਿਆ ਕਿ ਇੱਥੇ ਕੋਈ ਮਹਾਰਾਜ ਹੁਣ ਤਾਰਾ ਤੇ ਅਸਮਾਨ ਵਿੱਚ ਦੀਂਦਾ ਹੀ ਨਹੀਂ। ਹਮ ਕਹਿ ਦਿਸ ਤਜ ਆਏ ਸੋ। ਮਹਾਰਾਜ ਉਹਨਾਂ ਨੂੰ ਆਪਾਂ ਕਿਹੜੀ ਦਿਸ਼ਾ ਵਿੱਚ ਭਾਵ ਕਿੱਧਰ ਛੱਡ ਕਰ ਆ ਗਏ ਹਾਂ। ਕਾਂ ਕੋ ਇਹਾਂ ਪ੍ਰਕਾਸ਼ ਪ੍ਰਕਾਸ਼ਾ। ਹੁਣ ਮਹਾਰਾਜ ਇੱਥੇ ਕਿੰਨਾ ਪ੍ਰਕਾਸ਼ ਆ, ਉਹ ਕਿਸ ਦਾ ਹੈ। ਅਤ ਉਜਲ ਸੁੰਦਰ ਸੁਖ ਰਾਸਾ, ਜੋ ਬਹੁਤ ਹੀ ਸੁੰਦਰ ਉਜਲ ਹੈ, ਬੜਾ ਚਿੱਟਾ ਪ੍ਰਕਾਸ਼ ਹੈ, ਸੋਹਣਾ ਸੁੰਦਰ। ਇਹ ਸੁੱਖਾਂ ਦੀ ਰਾਜ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ। ਸੁਣ ਸ੍ਰੀ ਸਤਿਗੁਰ ਬਚਨ ਉਚਾਰੇ। ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕਹੇ, ਹਮ ਤੇ ਤਰੇ ਰਹੇ ਅਬ ਤਾਰੇ। ਭਾਈ ਮਰਦਾਨਿਆਂ ਤਾਰੇ ਜਿਹੜੇ ਨੇ ਉਹ ਆਪਾਂ ਤੋਂ ਹੁਣ ਹੇਠਾਂ ਰਹਿ ਗਏ ਹਨ। ਨੀਚੇ ਕਰ ਮੁਖ ਲੇਹੁ ਨਿਹਾਰੀ। ਹੇਠਾਂ ਨੂੰ ਮੁਖ ਕਰਕੇ ਵੇਖਣਿਆ, ਵੇਖ ਲੈ ਥੱਲੇ। ਰਹੇ ਪ੍ਰਕਾਸ਼ਵਾਨ ਨਿਜ ਝਾਰੀ। ਉਹ ਹੇਠਾਂ ਪ੍ਰਕਾਸ਼ ਦੇ ਦੇਖ ਲੈ, ਆਪਣੇ ਹੇਠਾਂ ਨੂੰ ਨਿਗਾਹ ਮਾਰ ਕੇ ਵੇਖ ਲੈ। ਹਮ ਤੇ ਊਰਦ ਏਕ ਲਖੀਜੈ। ਇਦੋਂ ਉੱਪਰ ਇੱਕ ਤਾਰਾ ਹੈ, ਮਹਾਰਾਜ ਕਹਿੰਦੇ ਉਹ ਵੇਖ ਲੈ। ਨਾਮ ਧਰੁਵ ਜਿਹੇ ਪ੍ਰਗਟ ਭਨੀਜੈ। ਜਿਹਦਾ ਨਾਮ ਧਰੁਵ ਹੈ, ਧਰੂ ਹੈ, ਜੋ ਪ੍ਰਗਟ ਕਿਹਾ ਜਾਂਦਾ ਹੈ। ਤਾਂ ਕੋ ਇਹਾਂ ਪ੍ਰਕਾਸ਼ ਕਨੇਰੂ। ਇਹ ਉਸੇ ਦਾ ਹੀ ਭਾਈ ਮਰਦਾਨੇ, ਇੱਥੇ ਬਹੁਤ ਪ੍ਰਕਾਸ਼ ਹੈ। ਲਗ ਬੈ ਜਿਨ ਤਪ ਕੀਨ ਵਡੇਰੂ। ਜਿਹਨੇ ਦੇਖ 5 ਸਾਲ ਦੀ ਉਮਰ ਵਿੱਚ, ਛੋਟੀ ਉਮਰ ਵਿੱਚ ਬਹੁਤ ਵੱਡਾ ਤਪ ਕੀਤਾ। ਸਭ ਤੇ ਉੱਚੋ ਅਬ ਚਲ ਰਾਜੂ। ਉਹ ਤਪ ਕਰਕੇ ਭਾਈ ਮਰਦਾਨਿਆ ਉਹਨੇ ਸਾਰਿਆਂ ਨੂੰ ਉੱਚਾ ਅਬਚਲ ਰਾਜ ਪ੍ਰਾਪਤ ਕੀਤਾ। ਸੰਜੁਤ ਸੋਭਾ ਰਹੇ ਉਹ ਬਿਰਾਜੂ। ਜਿਹੜਾ ਹੁਣ ਸਭ ਤੋਂ ਉੱਚਾ ਹੋ ਕੇ ਸੋਭਾ ਸਹਿਤ ਬਿਰਾਜ ਰਿਹਾ। ਸ੍ਰੀ ਗੁਰ ਭਨਹਿ ਸੁਨੋ ਮਰਦਾਨਾ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ, ਭਾਈ ਮਰਦਾਨੇ ਸੁਣ, ਚੱਲੋ ਦਿਖਾਵਹਿ ਤਹ ਅਸਥਾਨਾ। ਚਲੋ ਹੁਣ ਭਾਈ ਤੁਹਾਨੂੰ ਉਸ ਧਰੂ ਦਾ ਸਥਾਨ ਵੀ ਦਿਖਾਉਂਦੇ ਹਾਂ। ਅਸ ਕਹਿ ਗਮਨ ਕੀਓ ਤਤਕਾਲਾ।
ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਤੁਰੰਤ ਅੱਗੇ ਚੱਲਣਾ ਕੀਤਾ। ਧਰੁਵ ਮੰਡਲ ਮਹਿ ਗਏ ਕਿਰਪਾਲਾ। ਧਰੂ ਮੰਡਲ ਵਿੱਚ ਕਿਰਪਾਲੂ ਸਤਿਗੁਰੂ ਜੀ ਪਹੁੰਚੇ ਹਨ। ਦੋਹਰਾ ਫਿਰਤ ਹੋਤੋ ਧਰੁਵ ਥਾਨ ਨਿਜ, ਦੇਖ ਗੁਰਨ ਕੀ ਓਰ। ਧਰੂ ਆਪਣੇ ਸਥਾਨ ਤੇ ਫਿਰ ਰਿਹਾ ਤੇ ਇਉਂ ਗੁਰੂ ਮਹਾਰਾਜ ਵੱਲ ਨੂੰ ਵੇਖ ਕਰਕੇ ਔਰ ਵਿਚਾਰ ਤ੍ਰੈ ਨਰ ਇਹਾਂ, ਆਏ ਕਿਹ ਕੇ ਜੋਰ। ਮਨ ਦੇ ਵਿੱਚ ਵਿਚਾਰਦਾ ਹੈ, ਤ੍ਰੈ ਪੁਰਸ਼ ਨੇ, ਤ੍ਰੈ ਨਰ, ਤਿੰਨ ਜਾਣੇ, ਇਹ ਕਿਹਦੇ ਜ਼ੋਰ ਤਾਕਤ ਨਾਲ ਇੱਥੇ ਪਹੁੰਚ ਗਏ। ਚੌਪਈ ਪਹੁੰਚੇ ਤਹਿ ਸਮੀਪ ਜਬ ਜਾਈ। ਜਦੋਂ ਮਹਾਰਾਜ ਭਾਈ ਬਾਲਾ ਭਾਈ ਮਰਦਾਨਾ ਨੇੜੇ ਜਾ ਪਹੁੰਚੇ, ਸ੍ਰੀ ਸਤ ਕਰਤਾਰ ਬੁਲਾਈ। ਤੇ ਸਤ ਕਰਤਾਰ ਕਿਹੈ, ਭੂਜਤ ਧਰੁਵ ਕੌਣ ਤੁਮ ਆਏ। ਧਰੂ ਪੁੱਛਦਾ ਹੈ, ਤੁਸੀਂ ਕੌਣ ਹੋ ਜੋ ਇੱਥੇ ਆਏ ਹੋ, ਐਸੇ ਕੌਣ ਹੋ। ਭੂਚਰ ਖੇਚਰ ਕਿਨ ਪਹੁੰਚਾਏ। ਭੂਚਰ ਕਹਿੰਦੇ ਨੇ ਧਰਤੀ ਨੂੰ, ਤੇ ਭਾਵ ਜਿਹੜੇ ਧਰਤੀ ਤੇ ਕੋਈ ਜੀਵ ਵਿਚਰਦਾ ਹੈ ਨਾ, ਭੂ ਚਾਰ, ਦੋ ਸ਼ਬਦਾਂ ਦਾ ਜੋੜ ਹੈ। ਭੂ ਨਾਮ ਧਰਤੀ ਦਾ, ਚਾਰ ਨਾਮ ਚੱਲਣ ਵਾਲੇ। ਜਿਹੜੇ ਧਰਤੀ ਤੇ ਵਿਚਰਨ ਵਾਲੇ ਜੀਵ ਉਹਨਾਂ ਨੂੰ ਭੂਚਰ ਕਿਹਾ ਜਾਂਦਾ ਹੈ। ਖੇਚਰ, ਖੇ ਨਾਮ ਆਕਾਸ਼ ਦਾ ਹੈ। ਜਿਹੜੇ ਆਕਾਸ਼ ਵਿੱਚ ਵਿਚਰਨ ਵਾਲੇ ਜੀਵ ਉਹਨਾਂ ਨੂੰ ਖੇਚਰ ਕਿਹਾ ਜਾਂਦਾ ਹੈ। ਕਹਿਣ ਲੱਗਿਆ ਧਰੂ, ਭੂਚਰ ਖੇਚਰ ਕਿਨ ਪਹੁੰਚਾਏ। ਧਰਤੀ ਤੇ ਵਿਚਰਨ ਵਾਲਿਆਂ ਨੂੰ ਆਕਾਸ਼ ਵਿੱਚ ਕਿਸ ਨੇ ਪਹੁੰਚਾਇਆ ਹੈ। ਕੈਸੇ ਮਾਰਗ ਲੀਨ ਪਛਾਨਾ। ਤੇ ਆਕਾਸ਼ ਦਾ ਜਿਹੜਾ ਇਹ ਮਾਰਗ ਹੈ, ਇੱਥੇ ਤੱਕ ਤੁਸੀਂ ਕਿਵੇਂ ਜਾਣਿਆ। ਆਗੇ ਕਿਤ ਕੋ ਕੀਨ ਪਿਆਨਾ। ਤੇ ਅੱਗੇ ਕਿੱਧਰ ਨੂੰ ਤੁਸੀਂ ਜਾਣਾ ਹੈ। ਬਿਖਮ ਪੰਥ ਵੱਡ ਕਿਉਂ ਕਰ ਆਏ। ਫਿਰ ਇੰਨਾ ਔਖਾ ਮਾਰਗ ਹੈ, ਇਹ ਵੀ ਦੱਸੋ ਵੀ ਇਸ ਤੇ ਆਏ ਕੀ ਕਰਨ ਹੋ। ਦੇਵਨ ਦਾਨਵ ਕਿਨਹੂ ਨ ਪਾਏ। ਅੱਜ ਤੱਕ ਤੇ ਕਿਸੇ ਰਸਤਾ ਜਿਹੜਾ ਦੇਵਤਿਆਂ ਦਾਨਵਾਂ ਨੇ ਕਿਸੇ ਨੇ ਨਹੀਂ ਪਾਇਆ। ਪੂਰਬ ਭਈ ਨ ਕਬਹੂ ਐਸੇ। ਪਹਿਲਾਂ ਤੇ ਧਰੂ ਕਹਿੰਦਾ ਇਸ ਤਰ੍ਹਾਂ ਕਦੇ ਕੁਝ ਹੋਇਆ ਨਹੀਂ, ਕੋਈ ਨਹੀਂ ਪਹੁੰਚਿਆ ਹੈ। ਦੇਹ ਸਹਿਤ ਆਏ ਅਬ ਜੈਸੇ। ਆ ਜਿਵੇਂ ਤੁਸੀਂ ਸਰੀਰ ਦੇਹੀ ਦੇ ਸਮੇਤ ਇੱਥੇ ਆ ਗਏ ਹੋ। ਬਿਖਮ ਪਹਾੜ ਉਲੰਘੇ ਸਾਰੇ। ਤੇ ਔਖੇ ਜਿਹੜੇ ਪਹਾੜ ਨੇ ਉਹ ਕਿਵੇਂ ਸਾਰੇ ਲੰਘੇ ਹਨ। ਯੋ ਸੁਨ ਸ੍ਰੀ ਗੁਰ ਬਚਨ ਉਚਾਰੇ। ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕਹੇ ਦੋਹਰਾ। ਸਤਨਾਮ ਕਰਤਾ ਪੁਰਖ ਕੀਨ ਭਗਤ ਤੇ ਜੋਰ। ਮਹਾਰਾਜ ਕਹਿੰਦੇ ਜੋ ਸਤਨਾਮ ਪਰਮੇਸ਼ਰ ਹੈ, ਸੱਚੇ ਨਾਮ ਵਾਲਾ ਅਕਾਲ ਪੁਰਖ ਕਰਤਾ ਪੁਰਖ, ਉਸ ਪਰਮੇਸ਼ਰ ਦੀ ਭਗਤੀ ਕੀਤੀ, ਉਸ ਦੇ ਭਗਤੀ ਦੇ ਜੋਰ ਨਾਲ ਮਾਰਗ ਭਲੇ ਪਛਾਨ ਕੈ ਆਏ ਤੁਮਰੀ ਓਰ। ਤੇ ਇਉਂ ਇਹ ਭਲਾ ਮਾਰਗ ਜਾਣ ਕਰਕੇ ਅਸੀਂ ਤੁਹਾਡੇ ਇੱਧਰ ਨੂੰ ਆਏ ਹਾਂ, ਤੇਰੇ ਵੱਲ ਨੂੰ ਧਰੂ ਭਾਈ ਆਏ ਹਾਂ। ਚੌਪਈ ਧਰਿਓ ਧਿਆਨ ਜਬ ਸ੍ਰੀ ਕਰਤਾਰਾ। ਇਹਨੇ ਜਦੋਂ ਉਸ ਸ੍ਰੀ ਕਰਤਾਰ ਕਰਤਾ ਪੁਰਖ ਦਾ ਧਿਆਨ ਧਰਿਆ, ਸਭ ਹੀ ਮਾਰਗ ਭਇਓ ਸੁਖਾਰਾ। ਤਾਂ ਸਾਰਾ ਮਾਰਗ ਹੀ ਸਾਨੂੰ ਸੌਖਾ ਹੋ ਗਿਆ। ਨਿਰੰਕਾਰ ਕੇ ਦਰਸ਼ਨ ਆਏ। ਫਿਰ ਦੱਸ ਦਿੱਤਾ ਵੀ ਅਸੀਂ ਤਾਂ ਨਿਰੰਕਾਰ ਦੇ ਦਰਸ਼ਨਾਂ ਨੂੰ ਆਏ ਹਾਂ। ਦਾਨਵ ਦੇਵ ਬਹੁਤ ਦਰਸਾਏ। ਜਿਸ ਦੇ ਦਰਸ਼ਨ ਬਹੁਤ ਦਾਨਵ ਦੇਵ ਸਭ ਕਰਨਾ ਚਾਹੁੰਦੇ ਹਨ। ਜਾਨੋ ਨਾਨਕ ਨਾਮ ਹਮਾਰਾ। ਸਾਡਾ ਭਾਈ ਧਰੂ ਨਾਮ ਨਾਨਕ ਹੈ। ਦਰਸ਼ਨ ਸੰਤਨ ਕੋ ਅਤ ਪਿਆਰਾ।
ਤੇ ਸਾਨੂੰ ਤੇਰੇ ਵਰਗੇ ਸੰਤ ਪੁਰਸ਼ਾਂ ਦੇ ਦਰਸ਼ਨ ਕਰਨੇ ਬਹੁਤ ਪਿਆਰੇ ਲੱਗਦੇ ਨੇ। ਧਰੁਵ ਨੇ ਸੁਨਿਓ ਨਾਮ ਅਸ ਜਬ ਹੀ। ਜਦੋਂ ਇਹ ਨਾਮ ਧਰੂ ਭਗਤ ਨੇ ਸੁਣਿਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਹਨ, ਨਮੋ ਚਰਨ ਪਰ ਕੀਨੀ ਤਬ ਹੀ। ਤਦ ਧਰੂ ਭਗਤ ਨੇ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਕਹਿਣ ਲੱਗਿਓ ਪੂਰਬ ਸੁਧ ਪਾਈ। ਕਹਿਣ ਲੱਗਿਆ ਜੀ ਇਸ ਗੱਲ ਦੀ ਮੈਨੂੰ ਪਹਿਲਾਂ ਖਬਰ ਮੈਂ ਪਾ ਲਈ ਸੀ। ਧਰਾ ਅਵਤਾਰ ਨਿਰੰਜਨ ਰਾਈ। ਕਿ ਉਹ ਮਲ ਮਾਇਆ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਪ੍ਰਕਾਸ਼ ਰੂਪ ਨੇ ਕਲਯੁਗ ਦੇ ਵਿੱਚ ਧਰਤੀ ਤੇ ਆਪਣਾ ਅਵਤਾਰ ਧਾਰਿਆ ਹੈ। ਆਨ ਨਿਕਟ ਮੁਝ ਦਰਸ਼ਨ ਦੀਨ। ਤੇ ਤੁਸੀਂ ਮਹਾਰਾਜ ਇੱਥੇ ਆ ਕਰਕੇ ਮੈਨੂੰ ਦਰਸ਼ਨ ਦਿੱਤੇ ਹਨ। ਲੋਚਨ ਗੋਚਰ ਸਫਲੀ ਕੀਨ। ਆ ਮੈਨੂੰ ਮੇਰੀਆਂ ਅੱਖਾਂ ਕੀ ਜੀਵਨ ਕੀ ਮੇਰੇ ਸਾਰਾ ਸਫਲ ਕਰ ਦਿੱਤਾ ਹੈ। ਗੁਰ ਅਵਤਾਰ ਭਗਤ ਸੁਖ ਰਾਸੂ। ਇਉਂ ਗੁਰੂ ਮਹਾਰਾਜ ਅਵਤਾਰ ਸਰੂਪ ਪਰਮੇਸ਼ਰ ਦੇ ਔਰ ਭਗਤਾਂ ਦੇ ਸੁੱਖਾਂ ਦੀ ਪੂੰਜੀ ਸਰੂਪ। ਯੋ ਹਰਖਤ ਕੀਓ ਬਚਨ ਬਲਾਸੂ। ਇਸ ਤਰ੍ਹਾਂ ਭਾਈ ਧਰੂ ਭਗਤ ਨਾਲ ਖੁਸ਼ ਹੋ ਕਰਕੇ ਮਹਾਰਾਜ ਨੇ ਬਚਨ ਬਲਾਸ ਕੀਤੇ ਹਨ। ਕਿਤਕ ਕਾਲ ਬੈਠੇ ਜਗ ਸੁਆਮੀ। ਕੁਝ ਕੁ ਸਮਾਂ ਜਗਤ ਮਾਲਕ ਇੱਥੇ ਬੈਠੇ। ਏਕਲ ਆਗੇ ਅੰਤਰ ਜਾਮੀ। ਇਦੋਂ ਅੱਗੇ ਫਿਰ ਇਕੱਲੇ ਹੀ ਮਹਾਰਾਜ ਅੰਤਰਜਾਮੀ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਅੱਗੇ ਗਏ ਐ। ਬਾਲਾ ਮਰਦਾਨਾ ਧਰੁਵ ਪਾਸ। ਭਾਈ ਬਾਲੇ ਨੂੰ ਤੇ ਭਾਈ ਮਰਦਾਨੇ ਨੂੰ ਧਰੂ ਦੇ ਕੋਲ ਚੱਲੇ। ਸੱਚਖੰਡ ਗੁਰ ਸੁਖ ਰਾਸ। ਇਉਂ ਭਾਈ ਛੱਡ ਕਰਕੇ ਅੱਗੇ ਸੱਚਖੰਡ ਨੂੰ ਸੁੱਖਾਂ ਦੀ ਰਾਸ ਸਤਿਗੁਰੂ ਜੀ ਚੱਲੇ ਹਨ। ਛਿਨਕ ਵਿਖੇ ਪਹੁੰਚੇ ਗਤ ਦਾਨੀ। ਮੁਕਤੀ ਦਾਤੇ ਮਹਾਰਾਜ ਜੀ ਛਿਨ ਵਿੱਚ ਪਹੁੰਚ ਗਏ। ਜਹ ਸੁਨ ਰਚਨਾ ਬਣੀ ਮਹਾਨੀ। ਜਿਸ ਨੂੰ ਸੁਣ ਕਰਕੇ ਦੇਖੋ ਆ ਪਰਮੇਸ਼ਰ ਵਾਹਿਗੁਰੂ ਉਹਨੇ ਹੀ ਸਾਰੀ ਭਾਈ ਰਚਨਾ ਜਿੰਨੀ ਉਸੇ ਤੋਂ ਹੀ ਬਣੀ ਹੈ। ਅਦਕ ਵਿਧਨ ਕੇ ਉਪਬਨ ਰੂਰੇ। ਉੱਥੇ ਬਹੁਤ ਤਰ੍ਹਾਂ ਤਰ੍ਹਾਂ ਦੇ ਸੋਹਣੇ ਬਾਗ ਹਨ। ਸ਼ਾਖਾ ਨਿਵੀ ਫਲਨ ਰਸ ਪੂਰੇ। ਤੇ ਜਿੰਨੀਆਂ ਉਹਦੀਆਂ ਟਾਹਣੀਆਂ ਨੇ ਦਰਖਤਾਂ ਦੀਆਂ ਫਲਾਂ ਨਾਲ ਰਸਾਂ ਭਰੀਆਂ ਹੋਈਆਂ ਸੋਹਣੇ ਸੋਹਣੇ ਫਲ ਨਿਵੀਆਂ ਪਈਆਂ ਹਨ। ਕੁਸਮ ਬਾਟਕਾ ਬਣੀ ਸੁਹਾਈ। ਫਿਰ ਕੁਸਮ ਨਾਮ ਫੁੱਲਾਂ ਦਾ ਹੈ। ਤੇ ਇਸ ਤਰ੍ਹਾਂ ਭਾਈ ਫੁੱਲਾਂ ਦੀ ਦੇ ਦਰਖਤਾਂ ਦੀ ਜਿਹੜੀ ਬਣੀਆਂ ਬਾੜੀਆਂ ਨੇ ਉਹ ਬਗੀਚੀਆਂ ਸੋਭਦੀਆਂ ਹਨ। ਭੌਰ ਗੁੰਜਾਰ ਜਿਨਹਿ ਪਰ ਲਾਈ। ਜਿਨ੍ਹਾਂ ਫੁੱਲਾਂ ਦੇ ਉੱਤੇ ਭੌਰਿਆਂ ਨੇ ਗੁੰਜਾਰ ਲਾਈ ਹੋਈ ਹੈ। ਕਰਹਿ ਨਿਰੰਤਰ ਹਰ ਜਸ ਗਾਨਾ। ਤਿਉਂ ਲਗਾਤਾਰ ਪਰਮੇਸ਼ਰ ਦਾ ਗਾਇਨ ਹੋ ਰਿਹਾ ਹੈ। ਹੰਸ ਕੀਰ ਪਿਕ ਜੇ ਖਗ ਨਾਨਾ। ਉਥੇ ਹੰਸ ਕੀ ਕੀਰੇ ਕੀ ਪਿਕ ਨਾਮ ਹੈ ਕੋਇਲ ਦਾ ਤੇ ਹੋਰ ਪੰਛੀ ਹਨ ਜਿਹੜੇ। ਇਸ ਤਰ੍ਹਾਂ ਬਹੁਤ ਹੀ ਖਗ ਨਾਮ ਪੰਛੀਆਂ ਦਾ ਨਾਨਾ ਤਰ੍ਹਾਂ ਦੇ। ਪੌਰ ਵੱਡੋ ਸੁੰਦਰ ਉਜਿਆਰਾ। ਫਿਰ ਭਾਈ ਬਹੁਤ ਵੱਡਾ ਦਰਵਾਜ਼ਾ ਹੈ ਸੋਹਣਾ ਸੁੰਦਰ ਪ੍ਰਕਾਸ਼ ਦਾ ਹੈ। ਹੀਰੇ ਮਾਣਕ ਲੱਗੇ ਅਪਾਰਾ। ਜਿਹਦੇ ਤੇ ਬਹੁਤ ਬੇਅੰਤ ਅਪਾਰ ਹੀਰੇ ਮਾਣਕ ਲੱਗੇ ਹੋਏ ਹਨ। ਅਹੈ ਭਗਤ ਜਿਨ ਮੋਖ ਸਲੋਕਾ। ਉੱਥੇ ਭਗਤ ਜਨ ਜਿਹੜੇ ਨੇ ਮੁਕਤੀ ਦੇ ਸ਼ਲੋਕ ਉਚਾਰ ਰਹੇ ਆ ਖੜ ਕੇ। ਵਿਚਰਤ ਹੈ ਹਰਖਤ ਬਿਨ ਸੋਕਾ। ਬਿਨਾਂ ਦੁੱਖ ਸ਼ੋਕ ਤੋਂ ਖੁਸ਼ੀ ਨਾਲ ਸਾਰੇ ਵਿਚਰ ਰਹੇ। ਸੁਪਨੇ ਮਾਤਰ ਜਹ ਨ ਵਿਕਾਰਾ। ਜਿਨ੍ਹਾਂ ਅੰਦਰ ਸੁਪਨੇ ਮਾਤਰ ਵੀ ਕੋਈ ਵਿਕਾਰ ਨਹੀਂ। ਹਿਰਦੈ ਪ੍ਰਕਾਸ਼ੈ ਗਿਆਨ ਅਪਾਰਾ। ਹਿਰਦੇ ਵਿੱਚ ਬੇਅੰਤ ਗਿਆਨ ਪ੍ਰਕਾਸ਼ਦਾ ਹੈ। ਸੁੰਦਰ ਮੰਦਰ ਕੰਚਨ ਕੇਰੇ। ਸੋਹਣੇ ਮੰਦਰ ਨੇ ਸੋਨੇ ਦੇ ਬਣੇ ਹੋਏ।
ਰਚੀ ਮਣਕ ਖਚੀ ਮਣਨ ਜਗ ਮਗਤ ਕਨੇਰੇ। ਇਉਂ ਜਿਹੜੀਆਂ ਮਣੀਆਂ ਵਗੈਰਾ ਨੇ ਉਹ ਲੱਗੀਆਂ ਬਹੁਤ ਜਗਮਗ ਕਰਦੀਆਂ। ਸਿਲਾ ਫਟਕ ਕੀ ਮੱਲ ਕਪਾਟਾ। ਫਿਰ ਗੁਰਮੁਖੋ ਸ਼ੀਸ਼ੇ ਦੀਆਂ ਸਿਲਾ ਹਨ, ਫਟਕ ਨਾਮ ਸ਼ੀਸ਼ਾ, ਮੱਲ ਨਾਮ ਮੱਲਿਆ ਚੰਦਨ ਦਾ। ਤੇ ਉਹ ਜਿਹੜੀਆਂ ਹਨ ਸਿਲਾ ਨੇ ਉੱਥੇ ਸ਼ੀਸ਼ੇ ਦੀਆਂ ਪਈਆਂ। ਤੇ ਜਿਹੜੇ ਚੰਦਨ ਦੇ ਕਪਾਟ ਕਹੀਏ, ਮੰਨ ਲੈ ਕਪਾਟਾ, ਚੰਦਨ ਦੇ ਤਖਤੇ ਹਨ। ਮੁਕਤਾ ਕੀ ਤੋਰਨ ਦਰ ਠਾਟਾ। ਫਿਰ ਮੋਤੀਆਂ ਦੀਆਂ ਲੜੀਆਂ ਨੇ ਜਿਹੜੀਆਂ ਦਰਵਾਜ਼ਿਆਂ ਤੇ ਲੱਗੀਆਂ ਹੋਈਆਂ। ਤਹਿ ਜਬ ਪਹੁੰਚੇ ਸ੍ਰੀ ਗੁਣ ਖਾਨੀ। ਉੱਥੇ ਭਾਈ ਜਦੋਂ ਗੁਣਾਂ ਦੀ ਖਾਨ ਮਹਾਰਾਜ ਪਹੁੰਚੇ ਹਨ। ਭਗਤਨ ਸਬਨ ਬੰਦਨਾ ਠਾਨੀ। ਜਿੰਨੇ ਭਗਤ ਨੇ ਸਾਰਿਆਂ ਨੇ ਮਹਾਰਾਜ ਨੂੰ ਬੰਦਨਾ ਕੀਤੀ ਹੈ। ਅਨਕ ਭਾਂਤ ਕੀ ਉਸਤਤ ਕਰਕੇ। ਅਨੇਕਾਂ ਤਰ੍ਹਾਂ ਦੀ ਮਹਾਰਾਜ ਦੀ ਮਹਿਮਾ ਵਡਿਆਈ ਉਸਤਤੀ ਕਰਕੇ। ਪਰਮ ਸੁਖੀ ਭੇ ਰੂਪ ਨਿਹਰ ਕੇ। ਤੇ ਮਹਾਰਾਜ ਦਾ ਐਸਾ ਸਰੂਪ ਦਰਸ਼ਨ ਕਰਕੇ ਸਾਰੇ ਭਗਤ ਬਹੁਤ ਸੁਖੀ ਹੋਏ। ਤਹਿ ਤੇ ਗਮਨੇ ਬਹੁਰ ਅਗਾਰੀ। ਫਿਰ ਉੱਥੋਂ ਭਾਈ ਮਹਾਰਾਜ ਅੱਗੇ ਚੱਲੇ। ਬਨੀ ਮੰਦਰ ਹੈ ਉਪਮਾ ਭਾਰੀ। ਸੋਹਣੇ ਮੰਦਰ ਬਣੇ ਆ, ਬਹੁਤ ਚੰਗੀ ਉਪਮਾ ਹੈ। ਅਜਰਨ ਬਿਖੈ ਮਣਨ ਗਚਕਾਰੀ। ਤੇ ਸਾਰੇ ਮਣੀਆਂ ਜਿਹੜੀਆਂ ਨੇ ਉਹਨਾਂ ਦੇ ਤੇ ਜਾਂ ਗਚਕਾਰੀ ਸੋਹਣੇ ਲੇਪਨ ਹੋਏ ਵੇ ਹਨ। ਜਿਨ ਕੇ ਵਰਨ ਅਨੇਕ ਪ੍ਰਕਾਰੀ। ਜਿਨ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਰੰਗ ਰੂਪ ਹਨ। ਬਸਹਿ ਭਗਤ ਤੈਨ ਬੀਚ ਅਨੂਪਾ। ਭਗਤ ਜਨ ਉੱਥੇ ਭਾਈ ਬਸਦੇ ਹਨ। ਬਸੈ ਭਗਤ ਹੁਣ ਸਾਰਿਆਂ ਦੇ ਵਿੱਚ ਅਨੂਪਾ। ਜਿਨ ਹੀ ਪਾਈ ਮੋਖ ਸਰੂਪਾ। ਜਿਨ੍ਹਾਂ ਨੇ ਸਰੂਪ ਮੁਕਤੀ ਪਾਈ ਹੈ ਉਹ ਵਸ ਰਹੇ ਨੇ। ਅਲੱਗ-ਅਲੱਗ ਮੁਕਤੀਆਂ ਨੇ ਨਾ। ਵਿਸ਼ਨ ਸਰੂਪ ਸਭੀ ਤਨ ਵਰਨਾ। ਸਾਰਿਆਂ ਦੇ ਸਰੂਪ ਸਰੀਰ ਦੇ ਵਿਸ਼ਨ ਸਰੂਪ ਤਨ ਜਿਹੜੇ ਆ ਉਹ ਇਸ ਤਰ੍ਹਾਂ ਦੇ ਰੰਗਾਂ ਵਾਲੇ ਹੋਏ ਨੇ। ਸੋਹਣਾ ਸੁੰਦਰ ਸਰੂਪ। ਅਤ ਸੁੰਦਰ ਛਬ ਮਨ ਕੀ ਹਰਨਾ। ਸਾਰਿਆਂ ਦੇ ਭਾਈ ਸੁੰਦਰ ਸਰੂਪ ਨੇ। ਸੋਹਣੀ ਛਵੀ ਹੈ ਮਨ ਨੂੰ ਚਰਾਉਣ ਵਾਲੀ। ਤਹਾਂ ਪਹੁੰਚੇ ਜਾਏ ਕਿਰਪਾਲਾ। ਫਿਰ ਉੱਥੇ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਪਹੁੰਚੇ। ਮਿਲੇ ਭਗਤ ਉਠ ਪ੍ਰੇਮ ਵਿਸਾਲਾ। ਉੱਥੇ ਫਿਰ ਹੋਰ ਜਿਹੜੇ ਭਗਤ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਭਗਤਾਂ ਦੀ ਬਾਣੀ ਹੈ, ਭਗਤ ਕਬੀਰ, ਭਗਤ ਹੋਰ ਸਾਰੇ, ਇਹ ਉੱਠ ਕੇ ਮਹਾਰਾਜ ਨੂੰ ਪ੍ਰੇਮ ਨਾਲ ਬਹੁਤ ਪ੍ਰੇਮ ਧਾਰ ਕੇ ਮਿਲੇ ਹਨ। ਬੰਧਨ ਕਰਹਿ ਬੰਦ ਕਰ ਦੋ। ਸਾਰੇ ਭਗਤ ਦੋਵੇਂ ਹੱਥ ਜੋੜ ਕੇ ਮਹਾਰਾਜ ਨੂੰ ਬੰਦਨਾ ਕਰਦੇ ਐ। ਪਰਮ ਆਨੰਦ ਪਾਏ ਔਰ ਸੋ। ਤੇ ਸਾਰੇ ਹੀ ਭਾਈ ਆਪਣੇ ਹਿਰਦੇ ਵਿੱਚ ਮਹਾਰਾਜ ਦੇ ਦਰਸ਼ਨ ਕਰਕੇ ਬਹੁਤ ਆਨੰਦ ਪਾਉਂਦੇ ਹਨ। ਪ੍ਰਸ਼ੰਸਹਿ ਤੁਮ ਆਦ ਅਨਾਦੂ। ਪ੍ਰਸ਼ੰਸਾ ਕਰਦੇ ਆ ਵੀ ਇਹ ਮਹਾਰਾਜ ਤੁਸੀਂ ਆਦਿ ਸਰੂਪ ਹੋ ਔਰ ਅਨਾਦੂ ਹੋ। ਭਾਵ ਹੱਦ ਤੋਂ ਪਰੇ ਹੋ, ਜਿਹਦੀ ਹੱਦ ਨਾ ਹੋਵੇ, ਅਨਹਾਦੂ। ਸਰਬ ਜਨਨ ਦਾਨੀ ਅਹਿਲਾਦੂ। ਫਿਰ ਸੱਚੇ ਪਾਤਸ਼ਾਹ ਜੀ ਤੁਸੀਂ ਸਾਰੇ ਸਰਬ ਜਨਨ ਦਾਨੀ, ਸਾਰਿਆਂ ਨੂੰ ਪੈਦਾ ਕਰਨ ਵਾਲੇ ਦਾਨੀ ਸਰੂਪ। ਅਹਿਲਾਦੂ ਕਹੀਏ ਜੋ ਅਹਿਲਾਦ ਪ੍ਰੇਮ ਦਾ ਪ੍ਰਸੰਨਤਾ ਵਾਲੇ ਹੋ। ਮਹਿਮਾ ਨਾਮ ਜਗਤ ਵਿਸਤਾਰਕ। ਇਉਂ ਜਗਤ ਦੇ ਵਿੱਚ ਨਾਮ ਦੀ ਮਹਿਮਾ ਦਾ ਵਿਸਥਾਰ ਕਰਨ ਲਈ ਜੁਗ ਜੁਗ ਭਗਤਨ ਕੋ ਰਖਵਾਰਕ। ਜੁਗਾਂ ਜੁਗਾਂ ਵਿੱਚ ਆਪਣੇ ਭਗਤਾਂ ਦੀ ਤੁਸੀਂ ਰੱਖਿਆ ਕਰਨ ਵਾਲੇ ਹੋ। ਮਿਰਦੁਲ ਮਧੁਰ ਬਚਨ ਤਿਨ ਸੋ ਕਹਿ। ਮਿਰਦੁਲ ਮਧੁਰ ਬਚ ਤਿਨ ਸੋ ਕਹਿ ਕੇ। ਕੋਮਲ ਤੇ ਮਿੱਠੇ ਬਚਨ ਇਸ ਤਰ੍ਹਾਂ ਉਹਨਾਂ ਨੂੰ ਕਹਿ ਕੇ। ਗਮਨੇ ਪ੍ਰਭ ਦਰਸ਼ਨ ਹਿਤ ਚਹਿ ਕੇ।
ਭਗਤਾਂ ਨੂੰ ਦਰਸ਼ਨ ਦੇ ਕੇ ਹੁਣ ਮਹਾਰਾਜ ਨਿਰਾਕਾਰ ਦੇ ਦਰਸ਼ਨਾਂ ਦੀ ਚਾਹਨਾ ਕਰਕੇ ਅੱਗੇ ਚੱਲੇ। ਗੇ ਆਗੇ ਬੇਦੀ ਕੁਲ ਦੀਪਾ, ਬੇਦੀ ਕੁਲ ਦੀਪਕ ਮਹਾਰਾਜ ਹੁਣ ਅੱਗੇ ਗਏ ਐ। ਜਹ ਜਨ ਪਾਈ ਮੋਖ ਸਮੀਪਾ, ਤੇ ਹੁਣ ਉੱਥੇ ਗਏ ਨੇ ਜਿਵੇਂ ਵੱਖ-ਵੱਖ ਹੈ ਇਹ ਸਰੂਪ ਮੁਕਤੀ ਵਾਲੇ ਸੀ ਅੱਗੇ, ਉਹ ਨੇ ਜਿਹੜੇ ਸਮੀਪ। ਇਹ 4 ਤਰ੍ਹਾਂ ਦੀਆਂ ਪ੍ਰਮੁੱਖ ਨੇ, ਸ਼ਲੋਕ, ਸਜੁਜ, ਸਰੂਪ, ਸਮੀਪ, ਇਸ ਤਰ੍ਹਾਂ ਮੁਕਤੀਆਂ ਨੇ। ਇੱਕ ਤਾਂ ਸਹਿਤ ਲੋਕ, ਕਿ ਉਸ ਇਸ਼ਟ ਦੀ ਜਿਹਦੀ ਕੋਈ ਪੂਜਾ ਕਰਦਾ ਉਹਦੇ ਲੋਕ ਦਾ ਵਾਸੀ ਬਣ ਜਾਣਾ। ਜਿਵੇਂ ਸ਼ਹਿਰ ਹੈ ਬਹੁਤ ਵੱਡਾ ਤੇ ਉਹਨੇ ਆਪਦੇ ਸ਼ਹਿਰ 'ਚ ਵਾਸਾ ਦੇ ਤਾਂ ਉਹਨੂੰ ਸ਼ਲੋਕ, ਸਹਿਤ ਲੋਕ ਵਾਲੀ ਮੁਕਤੀ ਕਹਿੰਦੇ ਆ। ਇੱਕ ਹੁੰਦੀ ਹੈ ਸਰੂਪ, ਇਸ਼ਟ ਦੀ ਭਗਤੀ ਕਰਦੇ ਆ ਉਹਦੇ ਵਰਗਾ ਸਰੂਪ ਹੋ ਜਾਣਾ, ਇਹ ਸਰੂਪ ਮੁਕਤੀ ਹੈ। ਤੇ ਸਜੁਜ ਤੇ ਇਸ ਤਰ੍ਹਾਂ ਜਿਹੜਾ ਹੈ ਇਹ ਆ ਗਈ ਹੁਣ ਜੋ ਭਾਈ ਸਮੀਪ। ਸਮੀਪ ਮੁਕਤੀ ਹੁੰਦੀ ਹੈ ਜਿਹੜੀ ਬਿਲਕੁਲ ਨੇੜੇ ਰਹਿਣ ਲੱਗ ਜਾਵੇ ਆਪਣੇ ਇਸ਼ਟ ਦੇ। ਜਿਹੜੀ ਗੁਰਮਤਿ ਦੇ ਵਿੱਚ ਹੈ ਉਹ ਕੈਵਲ ਮੁਕਤ, ਇਹਨਾਂ ਚੌਹਾਂ ਤੋਂ ਅੱਗੇ ਹੈ। ਕੈਵਲ ਹੁੰਦੀ ਹੈ ਭੇਦਤਾ, ਕਿ ਮੁਕਤੀ ਜਿਹਨੇ ਪਾ ਲਈ ਉਹਦਾ ਸਰੂਪ ਕੁਛ ਨਹੀਂ ਰਿਹਾ, ਕੇਵਲ ਬ੍ਰਹਮ ਰੂਪ ਹੋ ਗਿਆ, ਉਹ ਫਿਰ ਪ੍ਰਮਾਤਮਾ ਹੀ ਹੋ ਜਾਂਦਾ ਹੈ। ਤੇ ਗੁਰੂ ਮਹਾਰਾਜ ਨੇ ਜੀਵਤ ਭਾਵ ਵਿੱਚ ਹੀ ਸਾਨੂੰ ਕੈਵਲ ਮੁਕਤ ਹੋਣ ਦਾ ਉਪਦੇਸ਼ ਦਿੱਤਾ। ਤੇ ਜਿਹੜੇ ਫਿਰ ਬੰਦਗੀ ਕਰਦੇ ਆ, ਗੁਰੂ ਸਾਹਿਬ ਦਾ ਦੱਸਿਆ ਉਪਦੇਸ਼ ਕਮਾ ਲੈਂਦੇ ਆ, ਉਹ ਜਿਉਂਦੇ ਜੀ ਫਿਰ ਗੁਰਮੁਖੋ ਕੈਵਲ ਮੁਕਤ ਹੋ ਜਾਂਦੇ ਆ, ਪ੍ਰਮਾਤਮਾ ਨਾਲ ਭੇਦ ਹੋ ਜਾਂਦੇ ਆ। ਉਹਨਾਂ ਨੂੰ ਹੀ ਬਾਣੀ 'ਚ ਕਿਹਾ ਨਾ, ਰਾਮ ਸੰਤ ਮਹਿ ਭੇਦ ਕਿਛ ਨਾਹੀ। ਕੋਈ ਫਿਰ ਭੇਦ ਨਹੀਂ ਹੋ ਸਕਦਾ ਉਹਨਾਂ ਵਿੱਚ, ਫਰਕ ਕੋਈ ਨਹੀਂ। ਐਵੇਂ ਇੱਕ ਦੁਨੀਆ ਨੂੰ ਦੀਂਦਾ ਹੀ ਹੈ ਵੱਖਰਾ ਸਰੂਪ। ਤੇ ਗੁਰੂ ਪਾਤਸ਼ਾਹ ਮਹਾਰਾਜ ਹੁਣ ਅੱਗੇ ਗਏ। ਜਹ ਜਨ ਪਾਈ ਮੋਖ ਸਮੀਪਾ, ਉੱਥੇ ਗਏ ਜਿੱਥੇ ਸਮੀਪ ਮੁਕਤੀ ਵਾਲੇ ਹਨ। ਤਿਨ ਕੀ ਮਹਿਮਾ ਕੌਣ ਉਚਰਹੀ, ਹੁਣ ਸਮੀਪ ਮੁਕਤੀ ਜਿਹੜੇ ਹਮੇਸ਼ਾ ਕੋਲ ਰਹਿੰਦੇ ਆ, ਉਹਨਾਂ ਦੀ ਭਾਈ ਮਹਿਮਾ ਨੂੰ ਕਵੀ ਜੀ ਕਹਿੰਦੇ ਕੌਣ ਕਹਿ ਸਕਦਾ ਹੈ। ਜੇ ਸਦੀਵ ਦਰਸ਼ਨ ਅਨੁਸਰਹੀ, ਜਿਹੜੇ ਹਮੇਸ਼ਾ ਕੋਲ ਰਹਿ ਕੇ ਮਹਾਰਾਜ ਦੇ ਅਕਾਲ ਪੁਰਖ ਦੇ ਦਰਸ਼ਨ ਕਰਦੇ। ਤਹਿ ਜਬ ਪਹੁੰਚੇ ਦੀਨਾ ਨਾਥੂ, ਜਦੋਂ ਭਾਈ ਗਰੀਬਾਂ ਦੇ ਮਾਲਕ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ। ਉੱਠ ਕਰ ਸਰਬ ਮਿਲੇ ਹਿਤ ਸਾਥੂ, ਹੁਣ ਸਮੀਪ ਮੁਕਤੀ ਵਾਲੇ ਵੀ ਪ੍ਰੇਮ ਸਹਿਤ ਉੱਠ ਕੇ ਮਹਾਰਾਜ ਨੂੰ ਮਿਲੇ। ਪਹੁੰਚੇ ਆਵਾ ਸ੍ਰੀ ਪ੍ਰਭ ਦਰਬਾਰਾ, ਫੇਰ ਉਸ ਤੋਂ ਅੱਗੇ ਪਰਮੇਸ਼ਰ ਦਾ ਦਰਬਾਰ ਆ ਗਿਆ। ਕੋਟ ਸੂਰ ਜਨ ਕੋਟ ਸੂਰ ਸਨ ਜਗਮਗ ਕਾਰਾ, ਤੇ ਬਹੁਤ ਪ੍ਰਕਾਸ਼ ਹੈ, ਕਿਉਂਕਿ ਉਹਦਾ ਕੋਈ ਆਕਾਰ ਨਹੀਂ ਨਾ, ਉਹ ਪ੍ਰਕਾਸ਼ ਰੂਪ ਹੈ ਜਿਹੜਾ ਨਿਰਾਕਾਰ ਹੈ। ਕਿੰਨਾ ਕੁ ਪ੍ਰਕਾਸ਼ ਹੈ, ਕਰੋੜਾਂ ਹੀ ਸੂਰਜਾਂ ਵਾਂਗੂ ਜਗਮਗ ਜਗਮਗ ਕਰਦਾ। ਸੂਰਜ ਇੱਕ ਚੜਿਆ ਹੋਵੇ ਤੇ ਜੇ ਗੁਰਮੁਖੋ ਕਰੋੜ ਸੂਰਜ ਇਕੱਠਾ ਚੜੇ ਕਿੰਨਾ ਪ੍ਰਕਾਸ਼ ਹੋ। ਤੇ ਇੱਥੇ ਕਰੋੜ ਵੀ ਕੋਈ ਗਿਣਤੀ ਨਹੀਂ ਹੈ, ਕਰੋੜਾਂ ਹੀ ਭਾਵ ਪਤਾ ਹੀ ਨਹੀਂ, ਕਰੋੜਾਂ ਅਰਬਾਂ ਖਰਬਾਂ ਵਗੈਰਾ ਕੋਈ ਅੰਤ ਨਹੀਂ। ਇੰਨਾ ਜ਼ਿਆਦਾ ਪ੍ਰਕਾਸ਼ ਜਗਮਗ ਜਗਮਗ ਕਰਦਾ ਹੈ। ਸੱਚਖੰਡ ਕੀ ਉਪਮਾ ਜੋਈ, ਤੇ ਉਹ ਸੱਚਖੰਡ ਹੈ ਪਰਮੇਸ਼ਰ ਦਾ, ਜਿਹੜੀ ਉਸ ਦੀ ਭਾਈ ਉਪਮਾ ਹੈ। ਉਚਰ ਸਕੈ ਅਸ ਕਵ ਨਹਿ ਕੋਈ, ਉਹ ਐਸੀ ਹੈ ਮਹਿਮਾ ਵੀ ਐਸਾ ਕੋਈ ਕਵੀ ਨਹੀਂ ਹੈ, ਸੰਤ ਰੇਣ ਜੀ ਕਹਿੰਦੇ, ਜਿਹੜਾ ਉਹਨੂੰ ਉਚਾਰ ਸਕੇ, ਕਹਿ ਸਕੇ। ਜਹ ਕੁੰਠਤ ਹੋਇ ਹੈ ਮਨ ਬਾਣੀ, ਜਿੱਥੇ ਮਹਾਰਾਜ ਜਿੱਥੇ ਜਹ ਕੁੰਠਤ ਹੋਇ ਹੈ ਮਨ ਬਾਣੀ, ਜਿੱਥੇ ਭਾਈ ਮਨ ਬਾਣੀ ਸਭ ਕੁੰਠਤ ਹੋ ਜਾਂਦੇ, ਉੱਥੇ ਕੁਛ ਨਹੀਂ ਕਿਹਾ ਜਾ ਸਕਦਾ। ਕੈਸੇ ਪਰੈ ਤਾਸ ਗਤ ਜਾਨੀ, ਕਿਉਂਕਿ ਮਨ ਬਾਣੀ ਦੀ ਪਹੁੰਚ ਹੀ ਨਹੀਂ ਹੈ ਉੱਥੇ, ਤੇ ਉਸ ਦੀ ਫਿਰ ਗਤ ਕਿਵੇਂ ਜਾਣੀ ਜਾ ਸਕਦੀ ਹੈ। ਕਹੋਂ ਰੁਚਰਤਾ ਕਛੁਕ ਸੁਧਾਰੈ, ਸੰਤ ਰੇਣ ਜੀ ਕਹਿੰਦੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਗੁਰਮੁਖੋ ਜਿਹੜੀ ਹੈ ਮਹਿਮਾ ਕਹੀ। ਜਦੋਂ ਪੁੱਛਿਆ ਕਿ ਕਿਰਪਾ ਕਰਕੇ ਦੱਸੋ ਮਹਾਰਾਜ ਸੱਚਖੰਡ ਦਰਬਾਰ ਕਿਹੋ ਜਿਹਾ। ਹੁਣ ਕਈ ਪੁੱਛਦੇ ਆ ਤੁਸੀਂ ਸੱਚਖੰਡ ਦੇਖਿਆ? ਵੀ ਭਾਈ ਦੇਖਿਆ ਨਹੀਂ,
ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਤੇ ਦੱਸਿਆ ਹੋਇਆ ਹੈ ਸੱਚਖੰਡ ਕਿਹੋ ਜਿਹਾ। ਤੇ ਸਵੇਰੇ ਵੀ ਪਾਠ ਪੜ੍ਹਨ ਵਾਲੇ ਸੁਣਨ ਵਾਲੇ ਉਹਨਾਂ 'ਚ ਤਾਂ ਨਹੀਂ ਵੈਸੇ ਸਵਾਲ ਹੋਣਾ ਚਾਹੀਦਾ। ਇਹ ਜਿਹੜਾ ਕੋਈ ਸਵੇਰੇ ਬਾਣੀ ਪੜ੍ਹਦਾ ਸੁਣਦਾ ਜਾਂ ਸ਼ਾਮ ਨੂੰ, ਹੁਣ ਤਾਂ ਆਪਾਂ 2 ਟਾਈਮ ਤਾਂ ਪੜ੍ਹਦੇ ਹਾਂ, 100 ਦਰ ਕਿਹਾ ਸੋ ਘਰ ਕਿਹਾ, ਤੇ ਜਾਂ 100 ਦਰ ਤੇਰਾ ਕਿਹਾ ਸੋ ਘਰ ਕਿਹਾ, ਰਹਿਰਾਸ ਸਾਹਿਬ। ਤੇ ਇਹਦੇ ਵਿੱਚੋਂ ਸਾਰਾ ਇਹ ਸੱਚਖੰਡ ਹੀ ਹੈ। ਕਿਹੋ ਜਿਹਾ ਹੈ ਸੱਚਖੰਡ, ਉਹ ਸਾਰਾ ਇਹਦੇ ਵਿੱਚ ਦੱਸਿਆ ਹੈ ਇਸ ਸ਼ਬਦ ਵਿੱਚ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਬਹੁਤ ਸੁੰਦਰ ਹੈ। ਤੇ ਉੱਥੇ ਫਿਰ ਭਾਈ ਕਹੋਂ ਰੁਚਰਤਾ ਕਛ ਕੁ ਸੁਧਾਰੈ, ਮੈਂ ਕੁਝ ਕੁ ਬਣਾ ਕੇ ਕਹਿੰਦੇ ਸੋਭਾ ਕਹਿ ਰਿਹਾ ਹਾਂ। ਮਨ ਠਹਿਰਾਵਨ ਹੇਤ ਸੁਖਾਰੇ, ਤੇ ਮਨ ਨੂੰ ਰੋਕਣ ਲਈ ਇਹ ਜੋ ਹੈ ਸੁਖਦਾਈ ਹੈ। ਮੰਦਰ ਪਦਮ ਮਣੀ ਕੇ ਭਾਰੀ, ਉੱਥੇ ਜਿਹੜੇ ਮੰਦਰ ਨੇ ਉਹ ਪਦਮ ਮਣੀਆਂ ਦੇ ਨੇ ਵੱਡੇ ਵੱਡੇ। ਮੀਨਾਕਾਰ ਜਹਾਂ ਗੱਚਕਾਰੀ, ਜਿੱਥੇ ਸੋਹਣੀ ਬਹੁਤ ਜ਼ਿਆਦੇ ਮੀਨਾਕਾਰੀ ਕੀਤੀ ਹੋਈ ਹੈ। ਹਾਟਕ ਫਟਕ ਕੇਰ ਸ਼ੁਭ ਥੰਬਾ, ਉੱਥੇ ਭਾਈ ਹਾਟਕ ਫਟਕ ਸੋਹਣੇ ਸੁੰਦਰ ਸ਼ੀਸ਼ਿਆਂ ਦੇ ਹੈ ਥੰਬੇ ਹਨ, ਥੰਮਲੇ ਹਨ। ਜਿਨ ਬਲੋਕ ਮਨ ਹੋਤ ਅਚੰਭਾ, ਜਿਨ੍ਹਾਂ ਨੂੰ ਵੇਖ ਕੇ ਮਨ ਨੂੰ ਅਚੰਭਾ ਹੁੰਦਾ ਹੈ। ਭਿਤ ਮਣ ਮਾਣਕ ਨਗ ਸ਼ੁਭ ਹੀਰੇ, ਫਿਰ ਉੱਥੇ ਭਿਤ ਮਣ, ਭਿਤ ਨਾਮ ਹੈ, ਭਿਤ ਮਣ ਮਾਣਕ ਨਗ ਸ਼ੁਭ ਹੀਰੇ, ਜਿਹੜੀਆਂ ਕੰਧਾਂ ਨੇ ਨਾ ਉਹ ਮਣੀਆਂ ਮਾਣਕਾਂ ਨਗਾਂ ਤੇ ਚੰਗੇ ਹੀਰਿਆਂ ਦੀਆਂ ਬਣੀਆਂ। ਵਿਚਰੇ ਅਤ ਸੁੰਦਰ ਸ਼ੁਭ ਚੀਰੇ, ਫਿਰ ਵਿਸ਼ੇਸ਼ ਕਰਕੇ ਉਹ ਵਿਚਰੇ ਬਿਰਚੇ ਹੋਏ ਨੇ ਸੋਹਣੇ ਸੁੰਦਰ ਉੱਥੇ ਵਸਤਰਾਂ ਦੇ ਨਾਲ। ਮੁਕਤਾ ਮਾਲਨ ਝਾਲਰ ਝਾਈ, ਮੁਕਤਿਆਂ ਦੀਆਂ ਜਿਹੜੇ ਮੁਕਤਿਆਂ ਦੀਆਂ ਮਾਲਾ ਮਾਲ ਝਾਲਰਾਂ ਨੇ, ਮਣੀਆਂ ਜਿਹੜੇ ਮੁਕਤੇ ਮੋਤੀਆਂ ਦੀਆਂ ਉਹ ਝਲਮਿਲ ਝਲਮਿਲ ਕਰਦੀਆਂ। ਦਰ ਪਰ ਸੁੰਦਰ ਜਿਨ ਛਬ ਛਾਈ, ਜਿਨ੍ਹਾਂ ਨੇ ਭਾਈ ਉਹਨਾਂ ਦਰਵਾਜ਼ਿਆਂ ਤੇ ਸੋਹਣੀ ਸੁੰਦਰ ਛਵੀ ਛਾਈ ਹੋਈ ਹੈ, ਪ੍ਰਕਾਸ਼ ਦੀ ਹੈ। ਫਰਸ਼ ਰੁਚਰ ਕੀਏ ਅਜਰ ਮਝਾਰੀ, ਜਿਹੜੇ ਫਰਸ਼ ਨੇ ਨਾ ਉਹ ਬਹੁਤ ਹੀ ਵਿਹੜਾ ਜਿਹੜਾ ਸੋਹਣਾ ਸੁੰਦਰ ਬਣਾਏ ਹੈ। ਅਦਭੁਤ ਦੇਖਤ ਹੀ ਮਨ ਹਾਰੀ, ਐਸੇ ਅਦਭੁਤ ਨੇ ਹੈਰਾਨੀ ਜਨਕ ਅਚਰਜ, ਜਿਨ੍ਹਾਂ ਨੂੰ ਵੇਖ ਕੇ ਮਨ ਹਾਰ ਜਾਂਦਾ ਹੈ। ਮਦ ਸਿੰਘਾਸਨ ਸੁੰਦਰ ਸੋ ਹੈ, ਐਨ ਵਿਚਾਲੇ ਇੱਕ ਬਹੁਤ ਸੋਹਣਾ ਸੁੰਦਰ ਸਿੰਘਾਸਨ ਸ਼ੋਭਦਾ ਹੈ। ਜਿਸ ਕੀ ਛਬ ਸਮ ਔਰ ਨ ਕੋ ਹੈ, ਜਿਹਦੀ ਮਹਿਮਾ ਛਵੀ ਦੇ ਬਰਾਬਰ ਹੋਰ ਕੋਈ ਉਦਾਹਰਨ ਨਹੀਂ ਦਿੱਤੀ ਜਾ ਸਕਦੀ। ਸਦਾ ਸੱਚ ਦਾ ਆਨੰਦ ਕਿਰਪਾਲਾ, ਤੇ ਉਸ ਪਲੰਗ ਦੇ ਉੱਤੇ ਸਦਾ ਸੱਚ ਦਾ ਆਨੰਦ, ਜੋ ਸੱਚ ਦਾ ਆਨੰਦ ਦਾ ਭਾਵ ਹੈ ਸਤ ਚਿੱਤ ਆਨੰਦ ਸਰੂਪ, ਜੋ ਭਾਈ ਕਿਰਪਾਲੂ ਪਰਮੇਸ਼ਰ ਹੈ। ਬੈਠੇ ਤਹਿ ਮੂਰਤ ਜੋ ਅਕਾਲਾ, ਜੋ ਅਕਾਲ ਮੂਰਤ ਹੈ, ਅਕਾਲ ਪੁਰਖੋ ਬਿਰਾਜਮਾਨ ਹੈ। ਬਸਹਿ ਸਦੀਬ ਮੁਨੀ ਮਨ ਜੋਗੀ, ਉੱਥੇ ਭਾਈ ਆਲੇ ਦੁਆਲੇ ਹਮੇਸ਼ਾ ਮੁਨੀ ਵੱਡੇ ਜੋਗੀ ਹੋਰ ਜਿਹੜੇ ਗੁਰਮੁਖੋ ਬਸਦੇ। ਜਾਂ ਕਹੀਏ ਭਾਈ ਜਿਹੜਾ ਪਰਮੇਸ਼ਰ ਵਸਹਿ ਸਦੀਬ ਮੁਨੀ ਮਨ ਜੋਗੀ, ਜਿਹੜਾ ਆਪਣੇ ਪਿਆਰੇ ਮੁਨੀਆਂ ਜੋਗੀਆਂ ਦੇ ਮਨ ਵਿੱਚ ਵਸਦਾ ਹੈ। ਧਰਹਿ ਸਮਾਧ ਧਿਆਨ ਰਸ ਭੋਗੀ, ਜਿਹੜੇ ਭਾਈ ਉਸ ਪ੍ਰਮਾਤਮਾ ਦਾ ਹਮੇਸ਼ਾ ਸਮਾਧੀਆਂ ਲਾ ਕੇ ਧਿਆਨ ਧਰਦੇ ਰਸਾਂ ਨੂੰ ਭੋਗਦੇ ਆ। ਮਹਿਮਾ ਤਹਿ ਕਹਿ ਕੌਣ ਸਕਾਈ, ਐਸੇ ਦਰਬਾਰ ਦੀ ਮਹਿਮਾ ਨੂੰ ਕੌਣ ਕਹਿ ਸਕਦਾ ਹੈ। ਕੋਟ ਸ਼ੇਖ ਸਾਰਦ ਸੁਚਾਈ, ਕਰੋੜਾਂ ਸ਼ੇਸ਼ ਨਾਗ ਵੀ ਕਹਿਣ ਲੱਗ ਜਾਣ, ਜਾਂ ਸਰਸਵਤੀ ਉਹ ਵੀ ਕਹਿੰਦੇ ਸੰਕੋਚ ਕਰਦੀਆਂ ਨਹੀਂ ਕਹਿ ਹੁੰਦਾ। ਨੇਤ ਨੇਤ ਜਹ ਵੇਦ ਪੁਕਾਰਾ, ਜਿਸ ਨੂੰ ਵੇਦ ਵੀ ਨੇਤੀ ਨੇਤੀ ਬੇਅੰਤ ਬੇਅੰਤ ਕਹਿੰਦੇ ਐ। ਸਭ ਕਵ ਕੋ ਵਿਦ ਲਹਿਤ ਨ ਪਾਰਾ, ਸਭ ਕਵ ਕੋ ਵਿਦ ਲਹਿਤ ਨ ਪਾਰਾ, ਸਾਰੇ ਕਵੀ ਵਿਦਵਾਨ ਵੀ ਕੋਈ ਉਹਦਾ ਅੰਤ ਨਹੀਂ ਪਾ ਸਕਦੇ। ਮੈਂ ਮਤ ਮੰਦ ਕਹਾਂ ਲਗ ਬਰਨੋ,
ਕਹਿੰਦੇ ਮੈਂ ਭਾਈ ਥੋੜੀ ਮੱਤ ਵਾਲਾ ਮੰਦ ਮੱਤ, ਮੈਂ ਕਿੱਥੋਂ ਕੁ ਤੱਕ ਕਿੰਨਾ ਕੁ ਉਸ ਨੂੰ ਵਰਣਨ ਕਰ ਸਕਦਾ ਹੈ। ਸਿੰਧ ਪਾਰ ਜਿਵ ਕੀਟੀ ਤਰਨੋ, ਇਹ ਤਾਂ ਇਉਂ ਹੋਊ ਜਿਵੇਂ ਕੋਈ ਕੀੜੀ ਕਹੇ ਮੈਂ ਸਮੁੰਦਰ ਪਾਰ ਕਰਨਾ ਹੈ। ਮਸਕ ਮੇਰ ਕਿਵ ਸਕੈ ਉਠਾਈ, ਕੀੜੀ ਸਮੁੰਦਰ ਨਹੀਂ ਪਾਰ ਕਰ ਸਕਦੀ, ਮਸਕ ਨਾ ਮੱਛਰ ਦਾ ਭਲਾ ਉਹ ਕਿਵੇਂ ਸਮੇਰ ਪਰਬਤ ਕਿਵੇਂ ਉਠਾ ਸਕਦਾ ਹੈ। ਕਿਵ ਨਭ ਅੰਤ ਜੰਤ ਲਗ ਪਾਈ, ਆ ਛੋਟਾ ਜਿਹਾ ਜੰਤ ਆਕਾਸ਼ ਚੁੜਦਾ, ਉਹ ਕਹੇ ਮੈਂ ਆਕਾਸ਼ ਦਾ ਅੰਤ ਪਾਉਣਾ ਕਿਵੇਂ ਪਾ ਸਕਦਾ ਹੈ। ਜਹ ਸੱਤਾ ਕੇ ਮਾਇਆ ਅਲੰਬਾ, ਜਿਹਦੀ ਸ਼ਕਤੀ ਦੇ ਨਾਲ ਹੀ ਗੁਰਮੁਖੋ ਜਿਹੜੀ ਮਾਇਆ ਹੈ ਉਸ ਨੂੰ ਆਸਰਾ ਪ੍ਰਾਪਤ ਹੈ। ਇਹ ਮਾਇਆ ਨੂੰ ਅਲੰਬ ਆਸਰੇ ਨੂੰ ਕਹਿੰਦੇ ਆ। ਸਿਰਜਤ ਹੈ ਬ੍ਰਹਮੰਡ ਕਦੰਬਾ, ਤੇ ਜਿਸ ਨੇ ਕਿੰਨੇ ਹੀ ਕਦੰਬਾ ਕਹੀਏ ਸਾਰੇ ਬ੍ਰਹਮੰਡਾਂ ਨੂੰ ਸਿਰਜਿਆ ਹੈ। ਏਕ ਰੋਮ ਮੈਂ ਵਿਸ਼ਨ ਅਨੇਕਾ, ਜਿਹਦੇ ਇੱਕ ਰੋਮ ਦੇ ਵਿੱਚ ਹੀ ਅਨੇਕਾਂ ਵਿਸ਼ਨੂੰ ਹਨ। ਵਿਦ ਸ਼ਿਵ ਬਹੁ ਕੋ ਕਰੇ ਵਿਵੇਕਾ, ਉਹ ਵਿਧੀ ਸਹਿਤ ਜਾਂ ਵਿਦ ਨਾਮ ਵਿਦਾਤੇ ਬ੍ਰਹਮਾ ਦਾ, ਬ੍ਰਹਮਾ ਸ਼ਿਵ ਇਤਿਆਦਿਕ ਬੇਅੰਤ ਨੂੰ ਭਾਈ ਉਹਨੇ ਵਿਵੇਕਾ ਕੀ ਅਨੰਤ ਹੀ ਉਸਨੇ ਪੈਦਾ ਕੀਤੇ। ਉਤਪਤ ਪਾਲਨ ਅਰ ਸੰਹਰਤਾ, ਜੋ ਪੈਦਾ ਕਰਨਾ ਪਾਲਣਾ ਔਰ ਸੰਘਾਰ ਕਰਤਾ। ਤੀਨ ਦੇਵ ਆਇਸ ਮਹਿ ਚਰਤਾ, ਤਿੰਨੇ ਦੇਵਤੇ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਰਹੇ ਹਨ। ਆਸ ਸਥਾਨ ਪਹੁੰਚੇ ਗੁਰ ਰਾਈ, ਐਸੇ ਸਥਾਨ ਤੇ ਗੁਰੂ ਪਾਤਸ਼ਾਹ ਮਹਾਰਾਜ ਪਹੁੰਚੇ। ਸਿੱਖਨ ਕੇ ਜੋ ਅਤ ਸੁਖਦਾਈ, ਜੋ ਭਾਈ ਸਤਿਗੁਰੂ ਸਿੱਖਾਂ ਦੇ ਅਤੀ ਸੁਖਦਾਈ ਹਨ। ਕੀਨ ਡੰਡੌਤ ਜੋਰ ਜੁਗ ਹਾਥਾ, ਫਿਰ ਡੰਡੌਤ ਕੀਤੀ ਦੋਵੇਂ ਹੱਥ ਜੋੜ ਕਰਕੇ। ਠਾਡੇ ਪੁਨ ਬੇਦੀ ਕੁਲ ਨਾਥਾ, ਬੇਦੀ ਕੁਲ ਦੇ ਮਾਲਕ ਮਹਾਰਾਜ ਫਿਰ ਉੱਥੇ ਖੜ ਗਏ। ਘਨ ਸੁਰ ਸਮ ਗੰਭੀਰ ਸੋ ਬਾਣੀ, ਤੇ ਬਹੁਤ ਹੀ ਘਨ ਡੂੰਗੀ ਸੁਰ ਗੰਭੀਰ ਡੂੰਗੀ ਜਿਹੜੇ ਆ ਬਾਣੀ ਬਚਨ। ਕਰਤਾ ਪੁਰਖ ਕਹਿਤ ਸੁਖ ਸਾਨੀ, ਕਰਤਾ ਪੁਰਖ ਜੋ ਸੁੱਖਾਂ ਦੀ ਸਹਿਤ ਸੁੱਖਾਂ ਦੇ ਸਹਿਤ ਮਿਲੇ ਹੋਏ ਬਚਨ ਕਹਿ ਰਹੇ। ਸਗੁਣ ਰੂਪ ਮਮ ਨਾਨਕ ਪਿਆਰੇ, ਨਿਰਗੁਣ ਸਰੂਪ ਨੇ ਕਿਹਾ ਵੀ ਹੇ ਸਰਗੁਣ ਸਰੂਪ ਮੇਰੇ ਨਾਨਕ ਪਿਆਰੇ ਨਾਨਕ। ਕਲ ਨਰ ਤਾਰਨ ਨਰ ਤਨ ਧਾਰੇ, ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਮਨੁੱਖ ਤਨ ਧਾਰਿਆ। ਉਚਰੋ ਹੋ ਮਹਿਮਾ ਨਾਮ ਮਨੋਗਾ, ਤੇ ਨਾਮ ਮਹਿਮ ਜਿਹੜਾ ਹੈ ਮਹਿਮਾ ਉਚਾਰਨ ਕਰੋ ਮਨੋਗਾ। ਮਨੋਗੇ ਦਾ ਅਰਥ ਹੁੰਦਾ ਸੁੰਦਰ। ਜੋ ਮਤ ਮੰਦਨ ਤਾਰਨ ਜੋਗਾ, ਜੋ ਭਾਈ ਮਾੜੀ ਮੱਤ ਵਾਲਿਆਂ ਨੂੰ ਵੀ ਤਾਰਨ ਜੋਗ ਨੇ। ਨਿਰਾਕਾਰ ਤੇ ਸੁਨ ਗੁਰਬਾਣੀ, ਨਿਰੰਕਾਰ ਤੇ ਸੁਨ ਗੁਰਬਾਣੀ। ਅਕਾਲ ਪੁਰਖ ਪਰਮੇਸ਼ਰ ਤੋਂ ਨਿਰਾਕਾਰ ਤੋਂ ਇਹ ਬਾਣੀ ਸੁਣ ਕੇ। ਸੋ ਦਰ ਤੇਰਾ ਕੇ ਹਬ ਖਾਨੀ, ਫਿਰ ਮਹਾਰਾਜ ਨੇ ਉਹ ਸ਼ਬਦ ਆਸਾ ਰਾਗ ਦੇ ਵਿੱਚ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਉਹ ਫਿਰ ਉਚਾਰਨ ਕੀਤਾ ਹੈ। ਜੋ ਆਪਾਂ ਪੜ੍ਹਦੇ ਹਾਂ ਇੱਕ ਜਪਜੀ ਸਾਹਿਬ ਵਿੱਚ ਸੋ ਦਰ ਕਿਹਾ ਸੋ ਕਰ ਕਿਹਾ, ਫਿਰ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਫਿਰ ਗੁਰਮੁਖੋ ਆਸਾ ਰਾਗ ਦੇ ਵਿੱਚ ਵੀ ਇਹ ਸ਼ਬਦ ਆਉਂਦਾ ਸੋ ਦਰ ਤੇਰਾ ਕਿਹਾ। ਇਹ ਤਿੰਨ ਨੇ। ਉਹ ਹੁਣ ਆਪ ਜੀ ਜਾਣ ਗਏ ਹੋ ਨਾ ਕਿ ਪਹਿਲਾਂ ਜਦੋਂ ਮਹਾਰਾਜ ਚੁੱਭਾ ਮਾਰ ਕੇ ਨਿਰਾਕਾਰ ਦੇ ਦੇਸ਼ ਗਏ ਤੇ ਉਸ ਸਮੇਂ ਜਦ ਮਹਾਰਾਜ ਨੇ ਉਚਾਰਨ ਕੀਤਾ, ਤੇ ਜਿਹੜਾ ਹੁਣ ਜਦੋਂ ਗੋਪਾਲ ਪਾਂਧੇ ਨੂੰ ਉਪਦੇਸ਼ ਮਹਾਰਾਜ ਹਰਦਿਆਲ ਪੰਡਤ ਨੂੰ ਦੇ ਰਹੇ ਹੈ, ਉਦੋਂ ਵੀ ਮਹਾਰਾਜ ਨੇ ਇਹ ਜਿਹੜਾ ਉਚਾਰਨ ਉਦੋਂ ਮੂਲ ਮੰਤਰ ਨਾਲ ਉਚਾਰਿਆ। ਤੇ ਉਹਨੂੰ ਕਈ ਸਵਾਲ, ਇੱਕ ਦਿਨ ਮੈਨੂੰ ਫੋਨ ਆਇਆ, ਉਹ ਕਹਿੰਦੇ ਜੀ ਵੀ ਜਿਹੜਾ ਆਮ ਹੁਣ ਸਾਖੀ ਇਹੀ ਸੁਣਦੇ ਆ ਕਿ ਮੂਲ ਮੰਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਵੇਈ ਨਦੀ ਚੋਂ ਬਾਹਰ ਆਏ ਉਦੋਂ ਉਚਾਰਿਆ। ਤੇ ਮੈਂ ਕਿਹਾ ਵੀ ਹਾਂ ਇਹ ਵੀ ਹੈ ਸਾਖੀ ਆਪਾਂ ਪੜ੍ਹਦੇ ਆ।
ਫਿਰ ਉਹ ਕਹਿੰਦੇ ਜੀ ਵੀ ਗੁਰੂ ਨਾਲੇ ਸਾਖੀਕਾਰ ਇਉਂ ਸੁਣਾਈ ਜਾਂਦੇ ਆ ਕਿ ਜਦੋਂ ਮਹਾਰਾਜ ਦਾ ਵਿਵਾਹ ਸੀ, ਗੁਰੂ ਮਹਾਰਾਜ ਨੇ ਜੋ ਹੈ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਮੰਗਲ ਇਹ ਲਿਖ ਕਰਕੇ ਫਿਰ ਇਹਦੀ ਪ੍ਰਕਰਮਿਆ ਕੀਤੀ। ਜਦੋਂ 4 ਪ੍ਰਕਰਮਿਆ ਆਨੰਦ ਕਾਰਜ ਹੋਏ ਮਾਤਾ ਸੁਲੱਖਣੀ, ਤੇ ਮੈਂ ਕਿਹਾ ਵੀ ਇਹ ਵੀ ਸਾਖੀ ਠੀਕ ਹੈ। ਕਹਿੰਦੇ ਜੀ ਫਿਰ ਜਦੋਂ ਮੂਲ ਮੰਤਰ ਤਾਂ ਮਹਾਰਾਜ ਜਦੋਂ ਵੇਈ ਨਦੀ 'ਚ ਗਏ ਨੇ, ਉਦੋਂ ਅਕਾਲ ਪੁਰਖ ਨੇ ਗੁਰਪ੍ਰਸਾਦ ਤੱਕ ਉਚਾਰਿਆ। ਫਿਰ ਮਹਾਰਾਜ ਨੇ ਗਾਂ ਆਦਿ ਸੱਚ ਜੁਗਾ ਵੀ ਫਿਰ ਮਹਾਰਾਜ ਨੇ ਉਹ ਤਾਂ ਹੁਣ ਉਦੋਂ ਪਹਿਲਾਂ ਵਿਵਾਹ ਤਾਂ ਹੋ ਗਿਆ ਸੀ। ਫਿਰ ਉਸ ਨੂੰ ਇਹੀ ਗੱਲ ਦੱਸੀ, ਭਾਈ ਉਹ ਤਾਂ ਫਿਰ ਪ੍ਰਤੱਖ ਸੰਗਤਾਂ ਨੂੰ ਲਿਆ ਕੇ ਮਹਾਰਾਜ ਨੇ ਬਖਸ਼ਿਸ਼ ਕੀਤਾ। ਪਰ ਇਹ ਤਾਂ ਜਦੋਂ ਆਪਾਂ ਹੁਣ ਇਹਦੇ ਵਿੱਚ ਸਾਖੀ ਆ ਗਈ ਹੈ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਵਿੱਚ ਵੀ ਪੰਡਤ ਹਰਦਿਆਲ ਨੂੰ ਜਦੋਂ ਉਪਦੇਸ਼ ਦਿੱਤਾ ਤੇ ਮਾਤਾ ਨੂੰ ਵੀ ਦਰਸ਼ਨ ਕਰਾਤੇ ਸੀ, ਉਦੋਂ ਦੇਖ ਲਿਆ ਸੀ ਮਾਤਾ ਨੇ ਵੀ ਤਾਂ ਸੱਚਖੰਡ ਗਏ। ਉਸ ਸਮੇਂ ਵੀ ਗੁਰੂ ਮਹਾਰਾਜ ਜੀ ਨੇ ਇਹੀ ਗੱਲ ਉੱਥੇ ਉਚਾਰਨ ਕੀਤਾ ਵੀ ਇਹ ਜਿਹੜਾ ਮਹਾ ਮੰਤਰ ਹੈ, ਜਿਵੇਂ ਮੂਲ ਮੰਤਰ ਕਹਿੰਦੇ ਇੱਕ ਮਹਾ ਮੰਤਰ ਹੈ, ਫਿਰ ਮੂਲ ਮੰਤਰ ਹੈ, ਫਿਰ ਗੁਰਮੰਤਰ ਹੈ, ਫਿਰ ਗੁਰਮੁਖੋ ਮਾਲਾ ਮੰਤਰ ਹੈ। ਜਿਹੜਾ ਇੱਕ ਓੰਕਾਰ ਤੋਂ ਗੁਰਪ੍ਰਸਾਦ ਹੈ, ਇੱਥੇ ਤੱਕ ਕਿ ਮਹਾ ਮੰਤਰ ਹੈ। ਇਹ ਤਾਂ ਮੰਤਰਾਂ ਦਾ ਮੰਤਰ, ਮਹਾ ਸ਼੍ਰੋਮਣੀ ਮੰਤਰ ਹੈ। ਇਦੋਂ ਉੱਪਰ ਤਾਂ ਕੋਈ ਦੁਨੀਆ ਦਾ ਮੰਤਰ ਨਹੀਂ ਹੈ। ਇਹ ਅਕਾਲ ਪੁਰਖ ਦਾ ਬਾਚ ਹੈ। ਗੁਰਮਤਿ ਦੇ ਵਿੱਚ ਗੁਰੂ ਪਰਮੇਸ਼ਰ ਦੀ ਭਗਤੀ ਹੈ। ਇਹ ਤਾਂ ਗੱਲ ਬਹੁਤ ਵਾਰ ਸਾਂਝੀ ਕੀਤੀ ਹੈ ਵੀ ਗੁਰੂ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੈ। ਫਿਰ ਮਹਾਰਾਜ ਨੇ ਕਿਹਾ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਿ ਹੇ ਨਾਨਕ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਹੁਣ ਅੱਗੇ ਵਿਚਾਰ, ਕਿਉਂਕਿ ਕਲਯੁਗ ਦੇ ਵਿੱਚ ਜਿਹੜਾ ਗੁਰੂ ਰਾਹੀਂ ਮੇਰੇ ਨਾਲ ਜੁੜੇਗਾ ਉਹਦੀ ਮੁਕਤੀ ਹੋ ਭੇਦ ਹੋਵੇਗਾ। ਫਿਰ ਮਹਾਰਾਜ ਨੇ ਜਪ ਆਦਿ ਸੱਚ ਜੁਗਾ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਉਚਾਰਿਆ। ਤੇ ਫਿਰ ਇਹ ਆਪਣੇ ਗੁਰਸਿੱਖਾਂ ਨੂੰ ਮੂਲ ਮੰਤਰ ਰੂਪ ਵਿੱਚ ਬਖਸ਼ਿਸ਼ ਕੀਤਾ। ਇਹ ਗੁਰਮੰਤਰ ਵਾਹਿਗੁਰੂ ਹੈ। ਫਿਰ ਪੁੱਛਿਆ ਸੀ ਸਿੱਧਾਂ ਨੇ, ਭਾਈ ਲਹਿਣਾ ਜੀ ਨੂੰ ਸਵਾਲ ਕੀਤਾ ਸੀ, ਉਦੋਂ ਸੇਵਾ ਸੀ ਵੀ ਜਿਹੜਾ ਮਾਲਾ ਮੰਤਰ ਕਿਹੜਾ ਹੈ ਤੁਹਾਡਾ? ਤਾਂ ਗੁਰੂ ਸਾਹਿਬ ਨੂੰ ਪੁੱਛਿਆ ਭਾਈ ਲਹਿਣਾ ਜੀ ਨੇ, ਮਹਾਰਾਜ ਮਾਲਾ ਮੰਤਰ। ਮਹਾਰਾਜ ਕਹਿੰਦੇ ਜਪਜੀ ਸਾਹਿਬ, ਇਹ ਗੁਰਮੁਖੋ ਮਾਲਾ ਮੰਤਰ ਹੈ। ਤੋ ਰਹੋ ਵਿਚਾਰ। ਗੁਰੂ ਪਾਤਸ਼ਾਹ ਮਹਾਰਾਜ ਨੇ ਕਹਿਣ ਦਾ ਭਾਵ ਹੈ ਕਿ ਤਾਂ ਜਦੋਂ ਨਿਰਾਕਾਰ ਆ ਗਿਆ ਉਦੋਂ ਹੀ ਨਾਲ ਹੀ ਮਹਾਮੰਤਰ ਵੀ ਆ ਗਿਆ ਇੱਥੇ। ਇਹ ਥੋੜੋ ਵੀ ਪਹਿਲਾਂ ਗੁਰੂ ਨਾਨਕ ਦੇਵ ਜੀ ਆ ਗਏ ਤੇ ਮਹਾਮੰਤਰ ਕੋਈ ਪਿੱਛੇ ਰਹਿ ਗਿਆ। ਜਦੋਂ ਨਿਰਾਕਾਰ ਨੇ ਆਪਣਾ ਸਰੂਪ ਹੀ ਧਾਰ ਲਿਆ, ਇੱਥੇ ਨਾਲ ਹੀ ਮਹਾਮੰਤਰ ਆ ਗਿਆ। ਮਹਾਰਾਜ ਤਾਂ ਹੁਣ ਗੋਪਾਲ ਪਾਂਧੇ ਨੂੰ ਬਾਣੀ ਉਚਾਰ ਕੇ, ਪੱਟੀ ਬਾਣੀ ਜਿਹੜੀ ਹੈ ਉਹ ਤਾਂ ਜਦੋਂ ਗੋਪਾਲ ਪਾਂਧੇ ਕੋਲੇ ਗਏ ਉਦੋਂ ਹੀ ਮਹਾਰਾਜ ਨੇ ਲਿਖਤੀ, ਸਾਰੀ ਉਚਾਰੀ। ਜਿਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਵਿੱਚੋਂ ਸਾਰੀ ਗੱਲ ਸਾਹਮਣੇ ਆ ਜਾਂਦੀ ਹੈ। ਸੋਦਰ ਤੇਰਾ ਕਿਹਾ ਬਖਾਨੀ ਰਹੋ ਵਿਚਾਰ। ਉੱਥੇ ਫਿਰ ਮਹਾਰਾਜ ਨੇ ਸੋਦਰ ਵਾਲਾ ਰਾਗ ਦਾ ਸ਼ਬਦ ਉਚਾਰਨ ਕੀਤਾ, ਮਹਿਮਾ ਕੀਤੀ, ਪੁਨਾ ਆਰਤੀ ਕੀਨ ਉਚਾਰੀ। ਫਿਰ ਮਹਾਰਾਜ ਨੇ ਆਰਤੀ ਉਚਾਰਨ ਕੀਤੀ। ਜਿਹੜਾ ਆਰਤੀ ਦਾ ਸ਼ਬਦ ਹੈ ਵੀ ਦੋ ਨੇ। ਇੱਕ ਤਾਂ ਜਦੋਂ ਆਪਾਂ 16 ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉਦੋਂ ਆਉਂਦਾ ਹੈ, ਇੱਕ ਗੁਰਮੁਖੋ ਧਨਾਸਰੀ ਰਾਗ ਵਿੱਚ ਵੀ ਆਉਂਦਾ ਹੈ। ਤੋ ਇਹ ਮਹਾਰਾਜ ਨੇ ਉਚਾਰਨ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਦੇ ਵਿੱਚ ਥੋੜਾ ਜਿਹਾ ਭੇਦ ਹੈ। ਗੁਰੂ ਮਹਾਰਾਜ ਨੇ ਫਿਰ ਧਨਾਸਰੀ ਰਾਗ 'ਚ ਵੀ ਇਹ 2 ਵਾਰੀ ਆ ਗਿਆ ਸ਼ਬਦ। ਤੇ ਇੱਕ ਵਾਰੀ ਇਸ ਸਮੇਂ ਮਹਾਰਾਜ ਨੇ ਉਚਾਰਿਆ ਅਕਾਲ ਪੁਰਖ ਦੇ ਦਰ ਤੇ, ਇੱਕ ਵਾਰੀ ਫਿਰ ਮਹਾਰਾਜ ਨੇ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਜਿੱਥੇ ਆਰਤੀ ਸਾਹਿਬ ਸਥਾਨ ਹੈ ਮਹਾਰਾਜ ਦਾ, ਉੱਥੇ ਫਿਰ ਦੱਸਿਆ ਪਾਂਡਿਆਂ ਨੂੰ ਕਿ ਅਕਾਲ ਪੁਰਖ ਵਿਰਾਟ ਰੂਪ ਉਹਦੀ ਆਰਤੀ ਸਾਰੇ ਹੀ ਹੋ ਰਹੀ ਹੈ। ਇਸ਼ਟ ਰੂਪ ਵਿੱਚ ਵੱਖਰੀ ਹੈ ਤੇ ਜਿਹੜਾ ਕੋਈ ਆਪਾਂ ਨਿਰਾਕਾਰ ਰੂਪ ਵਿੱਚ ਵੇਖਦੇ ਹਾਂ ਫਿਰ ਉਹਦੀ ਸਾਰੀ ਆਰਤੀ ਹੈ। ਸੋਦਰ ਤੇਰਾ ਕਿਹਾ ਬਖਾਨੀ, ਉਸ ਤੋਂ ਬਾਅਦ ਪੁਨਾ ਆਰਤੀ ਕੀਨ ਉਚਾਰੀ। ਫਿਰ ਮਹਾਰਾਜ ਨੇ ਭਾਈ ਆਰਤੀ ਉਚਾਰਨ ਕੀਤੀ ਹੈ। ਸੁਨ ਸਰੋਤਾ ਜੋ ਅਤ ਸੁਖਕਾਰੀ। ਤੋ ਸੰਤਰੇਣ ਜੀ ਕਹਿੰਦੇ ਵੀ ਹੇ ਸਰੋਤਾ ਜਨੋ, ਉਹ ਜੋ ਆਰਤੀ ਉਚਾਰਨ ਕੀਤੀ ਜੋ ਭਾਈ ਅਤ ਸੁਖਦਾਇਕ ਹੈ,
ਬੇਅੰਤ ਸੁਖਦਾਈ ਹੈ, ਉਹ ਵੀ ਸਰਵਣ ਕਰ ਲੋ। ਜੋ ਮਹਾਰਾਜ ਨੇ ਇਹ ਕਿਰਪਾ ਕੀਤੀ, ਇੱਕ ਐਸੀ ਤੇਰੀ ਆਰਤੀ ਹੋਵੇ। ਗੁਰੂ ਪਾਤਸ਼ਾਹ ਮਹਾਰਾਜ ਨੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤੇ ਇਹ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਸਾਡੇ ਦਾ ਸਾਡਾ ਭਲਾ ਕੀਤਾ ਹੈ ਨਾ। ਇਹਦੇ ਵਿੱਚ ਥੋੜਾ ਥੋੜਾ ਜਿਹੜਾ ਹੈ ਸ਼ਬਦਾਂ ਵਿੱਚ ਫਰਕ ਹੈ। ਜਦੋਂ ਆਪਾਂ ਪੜ੍ਹਦੇ ਹਾਂ ਜਿਹੜੀ ਧਨਾਸਰੀ ਰਾਗ ਦੇ ਵਿੱਚ ਹੈ ਤੇ ਉਹਦੇ ਵਿੱਚ ਥੋੜਾ ਜਿਹਾ ਫਰਕ ਆ ਜਾਂਦਾ ਹੈ। ਤੇ ਜਿਵੇਂ ਹੁਣ ਆਪਾਂ ਪੜ੍ਹਦੇ ਹਾਂ, ਉੱਥੇ ਆਉਂਦਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਮ ਵਾਸਾ। ਇਹ ਆਪਾਂ 16 ਸਾਹਿਬ ਵਿੱਚ ਪੜ੍ਹਦੇ ਹਾਂ ਨਾਏ ਵਾਸਾ। ਅਰਥ ਲਗਭਗ ਇੱਕੋ ਹੀ ਹੈ, ਲੇਕਿਨ ਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਇਹ ਭਾਈ ਆਰਤੀ ਜਿਹੜੀ ਹੈ ਉਚਾਰਨ ਕੀਤੀ। ਇਹਦੀਆਂ ਵੱਖ-ਵੱਖ ਉਥਾਨਕਾਂ ਵੀ ਹੈ, ਤੇ ਇੱਕ ਜਗਨਨਾਥਪੁਰੀ ਦੀ, ਤੇ ਇੱਕ ਜਿਹੜੀ ਹੈ ਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜੀ ਆਰਤੀ ਉਚਾਰਨ ਕੀਤੀ ਉਹ ਇਸ ਜਗ੍ਹਾ ਤੇ ਹੈ। ਤੇ ਭਾਵੇਂ ਕਿ ਜਿਹੜਾ ਹੈ ਗ੍ਰੰਥਾਂ ਵਿੱਚ ਦੋਨਾਂ ਦਾ ਹੀ ਇਹੀ ਕੋਈ ਸਰੂਪ ਦਿੱਤਾ ਹੋਇਆ, ਲੇਕਿਨ ਇਹ ਭਾਵ ਹੀ ਹੈ ਗੁਰਮੁਖਾਂ ਦੇ ਆਪੋ ਆਪਣੀ ਕਿ ਮਹਾਰਾਜ ਨੇ ਇਹ ਕਿਰਪਾ ਕੀਤੀ। ਉਸ ਸਮੇਂ ਗਰੀਬ ਨਵਾਜ ਪਾਤਸ਼ਾਹ ਨੇ ਉਚਾਰਨ ਕੀਤਾ ਹੈ ਸ੍ਰੀ ਮੁਖ ਵਾਕ, ਜੋ ਭਾਈ ਸੁਭਾਏਵਾਨ ਮੁਖ ਤੋਂ ਬਚਨ ਹੈ ਗੁਰੂ ਪਾਤਸ਼ਾਹ ਦਾ। ਰਾਗ ਧਨਾਸਰੀ ਮਹੱਲਾ ਪਹਿਲਾ। ਰਾਗ ਧਨਾਸਰੀ ਮਹੱਲਾ ਪਹਿਲੇ ਪਾਤਸ਼ਾਹ ਦਾ। ਆਰਤੀ ਜੋ ਮਹਾਰਾਜ ਨੇ ਭਾਈ ਇਹ ਆਰਤੀ ਉਚਾਰੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਮਹਾਰਾਜ ਹੁਣ ਪਰਮੇਸ਼ਰ ਦੇ ਅੱਗੇ ਕਿ हे ਅਕਾਲ ਪੁਰਖ, ਗਗਨ ਮੈਂ ਥਾਲ, ਸਾਰਾ ਗਗਨ ਜਿਹੜਾ ਗਗਨਮਈ ਆਕਾਸ਼ਮਈ ਥਾਲ ਹੈ। ਰਵ ਚੰਦ ਚੰਦਰਮਾ, ਸੂਰਜ ਚੰਦਰਮਾ ਦੀਵੇ ਨੇ ਮੁੱਖ। ਤਾਰਕਾ ਮੰਡਲ ਜਨਕ ਮੋਤੀ, ਜਿੰਨਾ ਤਾਰਿਆਂ ਦਾ ਮੰਡਲ ਹੈ ਸਾਰਾ ਇਹ ਹੈ ਜੋ ਇਹ ਮੋਤੀ ਨੇ। ਜਿੰਨੇ ਵੀ ਵਿੱਚ ਮੋਤੀ ਥਾਲ ਦੇ ਵਿੱਚ ਜਿਹੜੇ ਜਗਮਗ ਕਰ ਰਹੇ ਚਮਕ ਰਹੇ ਨੇ। ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਧੂਪ ਮਨਿਆਲ ਨੂੰ ਜਿਹੜੀ ਭਾਈ ਮਲਿਆਗਰ ਚੰਦਨ ਵਗੈਰਾ ਇਹ ਧੂਪ ਹੋ ਰਹੀ ਹੈ, ਹਵਾ ਜਿਹੜੀ ਹੈ ਚੌਰ ਕਰ ਰਹੀ ਹੈ। ਜਿੰਨੀ ਬਨਸਪਤੀ ਹੈ ਸਗਲ ਬਨ ਰਾਏ, ਸਾਰੀ ਫੂਲੰਤ ਜੋਤੀ, ਸਾਰੀ 18 ਭਾਰ ਬਨਸਪਤੀ ਖੁਸ਼ੀ ਖੇੜੇ ਰੂਪ ਵਿੱਚ ਇਹ ਅਕਾਲ ਪੁਰਖ ਨੂੰ ਜਿਹੜੇ ਹੈ ਫੁੱਲ ਅਰਪਣ ਹੋ ਰਹੇ ਹਨ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਕੈਸੀ ਆਰਤੀ ਹੁਣ ਇਹ ਦੇਖੋ, ਕੈਸੀ ਅਚਰਜ ਆਰਤੀ ਜਿਹੜੀ ਹੈ ਇਹ ਪਰਮੇਸ਼ਰ ਤੇਰੀ ਹੋ ਰਹੀ ਹੈ। ਐ ਭਵ ਖੰਡਨ, ਜੰਮਣ ਮਰਨ ਦਾ ਨਾਸ਼ ਕਰਨ ਵਾਲੇ ਵਾਹਿਗੁਰੂ, ਇਹ ਤੇਰੀ ਐਸੀ ਆਰਤੀ ਹੋ ਰਹੀ ਹੈ। ਅਨਹਤਾ ਸ਼ਬਦ ਵਾਜੰਤ ਭੇਰੀ, ਤੇ ਐਸੇ ਸ਼ਬਦ ਵੱਜਦੇ ਨੇ ਅਨਹਤਾ, ਅਨਹਤ ਜਿਨ੍ਹਾਂ ਦਾ ਨਾਸ਼ ਨਹੀਂ ਹੁੰਦਾ, ਉਹ ਸ਼ਬਦ ਭੇਰੀਆਂ ਵੱਜ ਰਹੀਆਂ ਨੇ। ਸਾਜ ਸ਼ਬਦ ਦੀਆਂ ਹੀ ਭੇਰੀਆਂ ਜਿਹੜੀਆਂ ਉਹ ਮਹਾਰਾਜ ਹਮੇਸ਼ਾ ਤੇਰੇ ਅੱਗੇ ਵੱਜ ਰਹੀਆਂ ਨੇ। ਰਹਾਓ ਵਿਸ਼ਰਾਮ ਦੇ ਕੇ ਫਿਰ ਮਹਾਰਾਜ ਅੱਗੇ ਕਿਰਪਾ ਕਰਦੇ ਹਨ। ਸਹਸ ਤਵ ਨੈਣ ਨਾਨ ਨੈਣ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ। ਇਉਂ ਜਿਹੜਾ ਨਨਾ ਏਕ ਤੋਹੀ, ਤੇ हे ਪਰਮੇਸ਼ਰ ਸਹਸ ਤਵ ਨੈਣ, ਜੇ ਸਰਗੁਣ ਰੂਪ ਵਿੱਚ ਵੇਖੀਏ ਹਜ਼ਾਰਾਂ ਹੀ ਤੇਰੇ ਨੇਤਰ ਨੇ। ਨਾਨ ਨੈਣ ਹੈ ਤੋਹੇ ਕੋ, ਪਰ ਨਿਰਗੁਣ ਰੂਪ ਦੇ ਵਿੱਚ ਤੇਰਾ ਇੱਕ ਵੀ ਨੇਤਰ ਨਹੀਂ ਹੈ। ਹੁਣ ਕਿਸੇ ਇੱਕ ਅੱਖ ਤੇ ਹੱਥ ਲਾ ਕੇ ਤਾਂ ਨਹੀਂ ਕਹਿ ਸਕਦੇ ਆਹੀ ਰੱਬ ਦੀ ਅੱਖ ਹੈ, ਬਾਕੀ ਨਹੀਂ। ਅੱਖ ਰੂਪ ਹੈ, ਸਾਰੀਆਂ ਅੱਖਾਂ ਉਹਦੀਆਂ ਉਹੀ ਵਿੱਚ ਦੀ ਵੇਖਦਾ ਸਾਰਾ ਕੁਝ। ਸਾਹਸ ਮੂਰਤ ਨਨਾ ਏਕ ਤੋਹੀ, ਹਜ਼ਾਰਾਂ ਹੀ ਮੂਰਤਾਂ, ਜਿੰਨੀਆਂ ਮੂਰਤਾਂ ਤੇਰੀਆਂ ਹੀ ਹੈ, ਪਰ ਨਿਰਾਕਾਰ ਰੂਪ ਦੇ ਵਿੱਚ ਤੇਰੀ ਇੱਕ ਵੀ
ਮੂਰਤ ਨਹੀਂ ਹੈ। ਸਾਹਸ ਪਦ ਬਿਮਲ ਨਾਨ ਏਕ ਪਦ, ਗੰਧ ਬਿਨ ਸਾਹਸ ਤਬ ਗੰਧ ਇਵ ਚਲਤ ਮੋਹੀ। ਤੇ ਇਉਂ ਸਾਹਸ ਤਾ ਪਦ ਬਿਮਲ, ਹਜ਼ਾਰਾਂ ਹੀ ਜਿਹੜੇ ਐ ਸੋਹਣੇ ਸੁੰਦਰ ਤੇਰੇ ਪੈਰ ਆ ਸਾਰੇ, ਨਾਨ ਏਕ ਪਦ, ਪਰ ਇਉਂ ਨਿਰਾਕਾਰੂ ਵਿੱਚ ਇੱਕ ਵੀ ਨਹੀਂ ਹੈ। ਕਿਸੇ ਵਿਸ਼ੇਸ਼ ਪੈਰ ਨੂੰ ਨਹੀਂ ਕਹਿੰਦੇ ਆਹੀ ਰੱਬ ਦਾ ਪੈਰ। ਗੰਧ ਬਿਨ, ਗੰਧ ਕਹੀਏ ਭਾਈ ਜਿਹੜਾ ਹੈ ਜਿਵੇਂ ਗੰਧ ਇੱਕ ਘਰਾਣ ਇੰਦਰਾ ਕਹਿ ਲੋ, ਨੱਕ ਤੋਂ ਬਿਨਾਂ ਹੈ। ਸਾਹਸ ਤਬ ਗੰਧ, ਪਰ ਜਿੰਨੇ ਵੀ ਆ ਨੱਕ ਹੈ ਸਾਰੇ ਹੀ ਤੇਰੇ ਆ, ਤੂੰ ਹੀ ਸੁਗੰਧੀਆਂ ਲੈ। ਇਵ ਚਲਤ ਮੋਹੀ, ਇਹੋ ਜੇ ਤੇਰੇ ਕੌਤਕਾਂ ਨੂੰ ਵੇਖ ਕੇ ਸਾਡੀ ਬੁੱਧੀ ਤਾਂ ਤੇਰੇ ਕੌਤਕਾਂ ਨੂੰ ਵੇਖ ਕੇ ਮੋਹਿਤ ਹੋ ਰਹੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਤੇਰੀ ਹੀ ਜੋਤੀ ਹੈ। ਸਾਰਿਆਂ ਦੇ ਵਿੱਚ ਹੈ ਜੋਤੀ ਸਰੂਪ ਵਾਹਿਗੁਰੂ, ਤੂੰ ਹੀ ਜੋਤ ਹੈ। ਸਾਰੇ ਬਾਹਰ ਅੰਦਰ ਉਸੇ ਦੀ ਜੋਤੀ ਪ੍ਰਕਾਸ਼ ਦੀ ਹੈ। ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਤੇ ਉਸੇ ਵਾਹਿਗੁਰੂ ਪਰਮੇਸ਼ਰ ਦੇ ਪ੍ਰਕਾਸ਼ ਨਾਲ ਹੀ ਪ੍ਰਮਾਤਮਾ ਤੇਰੇ ਹੀ ਪ੍ਰਕਾਸ਼ ਨਾਲ ਸਾਰੇ ਜੀਵ ਜਿੱਥੇ ਵੀ ਹੈ, ਚੰਦ ਸੂਰਜ ਤਾਰੇ ਸਿਤਾਰੇ ਜੋ ਕੁਛ ਹੈ ਉਹ ਪ੍ਰਕਾਸ਼ ਦਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ, ਤੇ ਐਸਾ ਜਿਹੜੀ ਜੋਤੀ ਸਰੂਪ ਪਰਮਾਤਮਾ ਵਾਹਿਗੁਰੂ ਹੈ, ਗੁਰੂ ਦੇ ਉਪਦੇਸ਼ ਸਿੱਖਿਆ ਦੁਆਰਾ ਭਾਈ ਗੁਰਮੁਖਾਂ ਦੇ ਹਿਰਦੇ 'ਚ ਜਿਹੜਾ ਉਹਨਾਂ ਨੂੰ ਪ੍ਰਤੱਖ ਪ੍ਰਗਟ ਹੁੰਦਾ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ, ਜੋ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਐਸੀ ਹੀ ਆਰਤੀ ਸਾਰੇ ਵਾਹਿਗੁਰੂ ਤੇਰੀ ਮਰਜ਼ੀ ਮੁਤਾਬਕ ਹੀ ਇਹ ਹੋ ਰਹੀ ਹੈ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹ ਆਹੀ ਪਿਆਸਾ। ਇਹ ਸਾਰੇ ਜਿੰਨਾ ਵੀ ਹਰ ਚਰਨ ਕਮਲ ਮਕਰੰਦ, ਮਹਾਰਾਜ ਜੀ ਜਿੰਨੇ ਵੀ ਹਰੀ ਪਰਮੇਸ਼ਰ ਤੇਰੇ ਚਰਨ ਕਮਲ, ਇਹਦੇ ਜਿਹੜੇ ਮਕਰੰਦ ਲੋਭਿਤ ਮਨੋ, ਆ ਜਿਹੜੇ ਮਨ ਰੂਪੀ ਗੁਰਮੁਖਾਂ ਦੇ ਭੌਰੇ ਆ, ਤੁਹਾਡੇ ਚਰਨਾਂ ਦੇ ਭੌਰੇ ਬਣੇ ਹੋਏ ਆ ਮਨ, ਤੁਹਾਡੇ ਚਰਨ ਕਮਲਾਂ ਦੇ। ਆਨੰਦ ਨੂੰ ਮੋਹ ਆਹੀ ਪਿਆਸਾ, ਸਾਨੂੰ ਵੀ ਦਿਨ ਰਾਤ ਤੁਹਾਡੇ ਇਹ ਦਰਸ਼ਨਾਂ ਦੀ ਪਿਆਸ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਮੈਨੂੰ ਪਪੀਹੇ ਨੂੰ ਆਪਣੀ ਕਿਰਪਾ ਦਾ ਇਹ ਜਲ ਅੰਮ੍ਰਿਤ ਜਲ ਨਾਮ ਜਲ ਕਿਰਪਾ ਕਰਕੇ ਦੇ ਦਿਓ। ਹੋਏ ਜਾਤੇ ਤੇਰਾ ਨਾਏ ਵਾਸਾ, ਜਿਸ ਕਰਕੇ ਤੇਰੇ ਨਾਮ ਵਿੱਚ ਹੀ ਸਾਡਾ ਵਾਸਾ ਹੋ ਜੇ, ਅਸੀਂ ਅਭੇਦ ਹੋ ਜਾਈਏ। ਐਸੇ ਬਚਨ ਕੀਤੇ ਚੌਪਈ, ਮਹਿਮਾ ਸ੍ਰੀ ਅਕਾਲ ਸੁਨ ਕਾਨੇ। ਭਾਈ ਅਕਾਲ ਪੁਰਖ ਪਰਮੇਸ਼ਰ ਨੇ, ਨਿਰਾਕਾਰ ਨੇ ਆਪਣੀ ਮਹਿਮਾ ਉਸਤਤੀ ਸੁਣੀ। ਭੇ ਪ੍ਰਸਾਦ ਮੰਦਹਿ ਮੁਸਕਾਨੇ, ਤੇ ਭੇ ਪ੍ਰਸਾਦ ਨਾਮ ਕਿਰਪਾ ਦਾ ਹੈ। ਫਿਰ ਭਾਈ ਇਉਂ ਬਹੁਤ ਪ੍ਰਸੰਨ ਹੋਏ। ਭੇ ਪ੍ਰਸਾਦ ਕਿਰਪਾਲੂ ਮੰਦਹਿ ਮੁਸਕਾਨੇ, ਹੌਲੀ ਹੌਲੀ ਮੁਸਕਰਾਇਆ ਅਕਾਲ ਪੁਰਖ। ਸ੍ਰੀ ਮੁਖ ਤੇ ਪੁਨ ਗਿਰਾ ਉਚਾਰੀ, ਸੁਭਾਏ ਮਨ ਮੁਖ ਤੋਂ ਫਿਰ ਬਚਨ ਉਚਾਰਨ ਕੀਤੇ। ਤੁਮ ਜਾਬੋ ਜਗਤ ਮਝਾਰੀ, ਅਬ ਤੁਮ ਜਾਬੋ ਜਗਤ ਮਝਾਰੀ। ਹੇ ਨਾਨਕ ਹੁਣ ਤੁਸੀਂ ਜਾਓ ਜਗਤ ਦੇ ਵਿੱਚ, ਜਿਹ ਕਾਰਨ ਨਿਜ ਧਰਿਓ ਸਰੀਰਾ, ਜਿਸ ਕਾਰਨ ਕਰਕੇ ਜੋ ਅਸੀਂ ਇਹ ਸਰੀਰ ਧਾਰਿਆ ਹੈ। ਕਰੋ ਕਾਜ ਭੰਜੋ ਭਵ ਪੀਰਾ, ਤੇ ਉਹ ਕਾਰਜ ਨੂੰ ਕਰਨਾ ਕਰੋ। ਭੰਜੋ ਭਵ ਪੀਰਾ, ਜਿਹੜੀ ਭਾਵ ਧਰਤੀ ਦੀ ਪੀੜ ਜਿਹੜੀ ਹੈ ਉਹ ਨਾਸ਼ ਕਰੋ, ਕਿਉਂਕਿ ਧਰਤੀ ਨੇ ਪੁਕਾਰ ਕੀਤੀ ਸੀ ਨਾ, ਹੇ ਅਕਾਲ ਪੁਰਖ ਮੇਰੇ ਤੇ ਪਾਪਾਂ ਦਾ ਭਾਰ ਬਹੁਤ ਵੱਧ ਗਿਆ ਹੈ, ਆਪ ਪਰਮੇਸ਼ਰ ਕਿਰਪਾ ਕਰ ਹੁਣ। ਤੇ ਜਦੋਂ ਫਿਰ ਇਹ ਧਰਤੀ ਦੀ ਪੁਕਾਰ ਸੁਣੀ, ਹੋਰ ਦੇਵੀ ਦੇਵ ਸਭ, ਫਿਰ ਅਕਾਲ ਪੁਰਖ ਪਰਮੇਸ਼ਰ ਨੇ ਇਸ ਭਾਈ ਭਵ ਜਿਹੜਾ ਧਰਤੀ ਹੈ ਦੀ ਪਾਪਾਂ ਦਾ ਭਾਰ ਉਤਾਰਨ ਦੇ ਵਾਸਤੇ ਅਵਤਾਰ ਲਿਆ। ਉਹ ਕਾਰਜ ਕਰੋ, ਸਿੱਖੀ ਰੀਤ ਪ੍ਰਕਾਸ਼ੈ ਜਬ ਹੀ,
ਤੇ ਜਦੋਂ ਇਹ ਸਿੱਖੀ ਦੀ ਮਰਜ਼ਾਦਾ ਜਿਹੜੀ ਹੈ ਧਰਤੀ ਤੇ ਪ੍ਰਗਟ ਹੋ ਜੇ, ਪ੍ਰਕਾਸ਼ ਜਾਵੇ, ਆਪ ਹੋ ਨਿਕਟ ਹਮਾਰੇ ਤਬ ਹੀ, ਫੇਰ ਤੁਸੀਂ ਸਾਡੇ ਕੋਲ ਆਉਣਾ ਹੈ। ਸੁਣ ਕਰ ਸ੍ਰੀ ਅਕਾਲ ਕੇ ਬਚਨ, ਅਕਾਲ ਪੁਰਖ ਵਾਹਿਗੁਰੂ ਜੀ ਦੇ ਬਚਨ ਸੁਣ ਕਰਕੇ ਬੰਦੇ ਚਰਨ ਬਿਨੈ ਕਰ ਰਚਨਾ। ਇਉਂ ਭਾਈ ਹੱਥ ਜੋੜ ਕਰਕੇ ਅਕਾਲ ਪੁਰਖ ਦੇ ਚਰਨਾਂ ਤੇ ਬੰਦਨਾ ਕੀਤੀ। ਹਟੇ ਜਗਤ ਕੀ ਦਿਸ ਜਗ ਰਾਈ, ਔ ਜਗਤ ਦੇ ਰਾਜਾ ਰੂਪ ਪ੍ਰਕਾਸ਼ਵਾਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਫਿਰ ਵਾਪਸ ਮੁੜੇ ਹਨ। ਦੀਨਨ ਬੰਦ ਦਿਆਲ ਗੁਸਾਈ, ਜੋ ਭਾਈ ਦੀਨਾ ਬੰਧੂ ਹੈ, ਆਪਣੇ ਪਿਆਰਿਆਂ ਦੇ ਰੱਖਿਅਕ ਨੇ, ਦਿਆਲੂ ਸਰੂਪ ਹੈ ਮਾਲਕ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ, ਫਿਰ ਉੱਥੋਂ ਵਾਪਸ ਆਏ ਹਨ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਧੋਬੂ ਭਗਤ ਸੱਚਖੰਡ ਸ੍ਰੀ ਅਕਾਲ ਦਰਸ਼ਨ ਪ੍ਰਸੰਗ ਵਰਣਨ। ਜੋ ਇਹ ਭਾਈ ਗੁਰਪੁਰਬ ਪ੍ਰਕਾਸ਼ ਗ੍ਰੰਥ ਹੈ ਪਹਿਲੇ ਮਹੱਲੇ ਦੇ, ਇੱਥੇ ਧਰੂ ਭਗਤ ਦਾ ਔਰ ਸ੍ਰੀ ਜੋ ਸੱਚਖੰਡ ਸ੍ਰੀ ਅਕਾਲ ਦਰਸ਼ਨ ਇਹ ਪ੍ਰਸੰਗ ਵਰਣਨ ਕੀਤਾ ਹੈ। ਨਾਮ 42ਵਾਂ ਮੰਦਰ ਹੈ ਇਹ ਭਾਈ, 42ਵੇਂ ਘਰ ਦਾ ਪ੍ਰਸੰਗ ਹੈ। ਇਸ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਉਹ ਆਪਾਂ ਅੱਗੇ ਭਾਈ ਪੜ੍ਹਾਂ ਸੁਣਾਂਗੇ। ਫਿਰ ਵਾਪਸ ਧਰੂ ਮੰਡਲ ਆਉਂਦੇ ਆ, ਇੱਥੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ, ਕਿਵੇਂ ਜੀਵਾਂ ਨੂੰ ਤਾਰਦੇ ਨੇ। ਇਹ ਬਹੁਤ ਸੰਖੇਪ ਇਤਿਹਾਸ ਹੈ ਤੇ ਦੇਖੋ ਇਹ ਸੰਖੇਪ ਨਾਲ ਹੀ ਹੁਣ ਮਹਾਰਾਜ ਦੇ ਜੀਵਨ ਦਾ ਸਾਰਾ ਆਪਾਂ ਨੂੰ ਚਾਨਣਾ ਹੋ ਜਾਂਦਾ। ਧੰਨ ਗੁਰੂ ਪਾਤਸ਼ਾਹ ਜੀ ਕੈਸੇ ਨੇ ਤੇ ਵੱਖ-ਵੱਖ ਲਿਖਾਰੀ ਹੈ, ਹਰੇਕ ਨੇ ਆਪਣੇ ਭਾਵਨਾ ਨਾਲ ਜੋ ਇਤਿਹਾਸ ਲਿਖਿਆ ਆਪਾਂ ਨੂੰ ਸਤਸੰਗ ਕਰਕੇ ਬਹੁਤ ਕੁਝ ਪ੍ਰਾਪਤ ਹੋ ਰਿਹਾ ਹੈ। ਤੇ ਗੁਰੂ ਸਾਹਿਬ ਦੀ ਕਿਰਪਾ, ਰਹਿਮਤ, ਭੁੱਲ ਚੁੱਕ ਦੀ ਖਿਮਾ ਸਾਰੇ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਵ ਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।